ਮਾਈਂਡ ਐਂਡ ਬॉडी प्रोग्राम देख रहे ਲੱਖਾਂ ਹੀ ਦਰਸ਼ਕਾਂ ਨੂੰ ਲੱਖਾਂ ਹੀ ਸਰੋਤਿਆਂ ਨੂੰ नरेंद्र रवि का प्यार भरिया नमस्कार, सत श्री अकाल, सलाम अलैकुम एंड वेरी गुड मॉर्निंग। जिस तरह के पिछले 2 वीकों तो आपां परफेक्ट मास्टर या पूर्ण संत सतगुरु के टॉपिक नूं लैके गलबात कर रहे हैं। 2 वीक पहला या 2 संडे पहला आपां गलबात कीती सीगी कि जिहड़े पूर्ण संत हुंदे ने या परफेक्ट मास्टर हुंदे ने वो कौन हुंदे ने, how you can define the perfect master। फिर what is their purpose to coming in this world, ਉਹ ਇਸ ਦੁਨੀਆ ਦੇ ਵਿੱਚ ਆਉਂਦੇ ਕਿਉਂ ਨੇ, ਉਹਨਾਂ ਦਾ ਪਰਪਸ ਕੀ ਹੈ। ਤੇ ਤੀਸਰਾ ਆਪਾਂ ਟੌਪਿਕ ਉਸ ਦਿਨ ਡਿਸਕਸ ਕੀਤਾ ਸੀਗਾ ਕਿ what is the difference between saint and perfect master। ਇੱਕ ਲਾਈਨ ਦੇ ਵਿੱਚ ਤਿੰਨੇ ਟੌਪਿਕ ਨੂੰ ਜੇ ਮੈਂ ਕਵਰ ਕਰਨਾ ਹੋਵੇ ਤਾਂ ਆਪਾਂ ਇਹ ਦੱਸ ਦਿੰਦੇ ਹਾਂ ਕਿ ਜਨਮ ਮਰਨ ਦੋਹੋਂ ਮੇਂ ਨਾਹੀਂ ਜਨ परोपकारी आए, जिया दान दे भगती लायन हर्षो लैन मिलाए। कि जिहड़े पूर्ण संत सतगुरु हुंदे ने ना ਉਹ ਇਸ दुनिया दे विच साडा कल्याण करन लई सानू समझा बुझा के वापस परमात्मा नाल मिलाउण लई आउंदे ने। संत ते जिहड़े सतगुरु हुंदे ने, संत ते सतगुरु सेम चीज ने। सतगुरु ਉਹ है जिहड़े कि होर जीवां नूं नामदान दे के दिखिया दे के परमात्मा नाल मिलाउंदा है, पर दोनों की क्वालिफिकेशन, दोनों का योग्यता रूहानी तौर पर इको ही होंदी है। पिछले वीक आपां गल कीती सीगी कि वाई वी नीड द परफेक्ट लिविंग मास्टर, कि सानू पूर्ण संत सतगुरु की लोड़ क्यों है। आपां उहदे विच मोटी गल दे तौर ते एक लाइन जे मुकाउणी होवे गल तां लास्ट वीक इक्को ही गल कही सीगी कि जिस तरह दुनिया का कोई भी ज्ञान लेना है, भावें वो कोई भी फील्ड च है, चाहे वो मैडिकल च है, चाहे वो लॉ च है, चाहे IT च है, चाहे प्लंबिंग दी है, चाहे कारपेंटरी दी है, कोई भी है, ਉਹਦੇ ਲਈ ਸਾਨੂੰ ਦੁਨਿਆਵੀ ਐਕਸਪਰਟ ਦੀ ਲੋੜ ਹੈ, ਦੁਨਿਆਵੀ ਟੀਚਰ ਦੀ ਲੋੜ ਹੈ। ਉਸੇ ਤਰ੍ਹਾਂ ਜੇ ਅਸੀਂ ਅੰਦਰਲਾ ਗਿਆਨ ਪ੍ਰਾਪਤ ਕਰਨਾ ਹੋਵੇ, ਆਪਣੀ ਰੂਹ ਦਾ, ਆਪਣੀ ਆਤਮਾ ਦੇ ਬਾਰੇ ਜਾਣਨਾ ਹੋਵੇ ਤਾਂ ਉਹਦੇ ਲਈ ਸਾਨੂੰ ਅੰਦਰੂਨੀ ਜਾਂ ਅਧਿਆਤਮਕ ਟੀਚਰ ਦੀ, ਅਧਿਆਤਮਕ ਗੁਰੂ ਦੀ, ਅਧਿਆਤਮਕ ਪਰਫੈਕਟ ਮਾਸਟਰ ਦੀ ਲੋੜ ਹੈ। ਇਹ ਆਪਾਂ ਲਾਸਟ ਵੀਕ ਗੱਲਬਾਤ ਕੀਤੀ ਸੀ। ਅੱਜ ਆਪਾਂ ਇਸੇ ਟੌਪਿਕ ਨੂੰ, ਪਰਫੈਕਟ ਮਾਸਟਰ ਦੇ ਟੌਪਿਕ ਨੂੰ ਇੱਕ ਹੋਰ ਐਂਗਲ ਤੋਂ ਗੱਲਬਾਤ ਕਰਾਂਗੇ ਕਿ ਹਾਊ ਵੀ ਕੈਨ ਰੈਕੋਗਨਾਈਜ਼ ਅ ਪਰਫੈਕਟ ਲਿਵਿੰਗ ਮਾਸਟਰ। ਕਿ ਜਿਹੜੇ ਪਰਫੈਕਟ ਮਾਸਟਰ ਹੁੰਦੇ ਨੇ, ਪੂਰਨ ਸੰਤ ਸਤਗੁਰੂ ਹੁੰਦੇ ਨੇ, ਉਹਨਾਂ ਨੂੰ ਆਪਾਂ ਰੈਕੋਗਨਾਈਜ਼ ਕੀ ਕਰਾਂਗੇ, ਕਿਵੇਂ ਕਰਾਂਗੇ, ਉਹਨਾਂ ਦੀਆਂ ਨਿਸ਼ਾਨੀਆਂ ਕੀ ਨੇ ਜਿੱਥੋਂ ਪਤਾ ਲੱਗੇ ਕਿ ਇਹ ਅਸਲੀ ਸੰਤ ਹੈ, ਇਹ ਅਸਲੀ ਸੰਤ ਸਤਗੁਰੂ ਹੈ। ਤੇ ਉਹ ਕਿਹੜੀਆਂ ਨਿਸ਼ਾਨੀਆਂ ਨੇ ਜਿੱਥੋਂ ਸਾਨੂੰ ਮਹਿਸੂਸ ਹੋਵੇ ਕਿ ਇਹ ਅਸਲੀ ਨਹੀਂ ਹੈ, ਠੱਗਵਾਬ ਹੈ, ਨਕਲੀ ਹੈ, ਫੇਕ ਸੇਂਟ ਹੈ। ਇੰਡੀਆ ਦੇ ਵਿੱਚ ਤੁਸੀਂ ਕਿਸੇ ਸ਼ਹਿਰ ਚਲੇ ਜਾਓ, ਕਿਸੇ ਸਟੇਟ ਦੇ ਵਿੱਚ ਚਲੇ ਜਾਓ, 1 ਨਹੀਂ 2 ਨਹੀਂ 3 ਨਹੀਂ, ਹਰ ਇੱਟ ਚੱਕੇ ਤੋਂ ਸੰਤ ਨਿਕਲਦਾ। ਵਧੀਆ ਕੱਪੜੇ ਪਾਏ ਹੋਏ ਨੇ, ਸੈਂਕੜਿਆਂ ਦੇ ਹਿਸਾਬ ਨਾਲ, ਹਜ਼ਾਰਾਂ ਦੇ ਹਿਸਾਬ ਨਾਲ, ਲੱਖਾਂ ਦੇ ਕਰੋੜਾਂ ਦੇ ਹਿਸਾਬ ਨਾਲ ਉਹਨਾਂ ਦੇ ਚੇਲੇ ਚਪਟੇ ਨੇ ਤੇ ਪਤਾ ਨਹੀਂ ਲੱਗਦਾ। ਉਹਨਾਂ ਦਾ ਇੰਨਾ ਅੰਧ ਵਿਸ਼ਵਾਸ ਹੈ ਕਿ ਉਹਨਾਂ ਦੀਆਂ ਗੱਲਾਂ ਵਿੱਚ ਆ ਕੇ ਇਹੀ ਗੱਲ ਸੋਚਦੇ ਨੇ ਕਿ ਜਿਹੜਾ ਮੇਰਾ ਗੁਰੂ ਹੈ ਨਾ, ਬਸ ਇਹਦੇ ਵਰਗਾ ਕੋਈ ਹੋਰ ਨਹੀਂ, ਬਾਕੀ ਸਭ ਨਕਲੀ, ਮੇਰਾ ਗੁਰੂ ਅਸਲੀ। ਸੋਚ ਕੇ ਦੇਖ ਲਓ, ਜੇ ਤੁਸੀਂ ਆਪਣੇ ਗੁਰੂ ਬਾਰੇ ਇਹ ਗੱਲ ਕਹਿੰਦੇ ਹੋ ਤਾਂ ਜਿਹੜੇ ਦੂਜੇ ਬੰਦੇ ਹੋਰ ਗੁਰੂ ਨੂੰ ਮੰਨਦੇ ਨੇ ਉਹ ਵੀ ਇਹੀ ਗੱਲ ਕਹਿੰਦੇ ਹੋਣਗੇ। ਸੋ ਅਸੀਂ ਕਨਫਿਊਜ਼ਨ 'ਚ ਰਹਿੰਦੇ ਹਾਂ, ਅਸੀਂ ਆਪਣੇ ਆਪ ਨੂੰ ਓਵਰ ਕੌਨਫੀਡੈਂਟ ਹਾਂ। ਕਿਉਂ? ਕਿਉਂਕਿ ਨਾ ਤਾਂ ਅਸੀਂ ਅੰਦਰੋਂ ਆਪ ਵੜਦੇ ਹਾਂ। ਜਿੰਨਾ ਚਿਰ ਤੱਕ ਅਸੀਂ ਅੰਦਰ ਆਪ ਮਿਹਨਤ ਕਰਕੇ ਪਰਦਾ ਆਪਣਾ ਨਹੀਂ ਖੋਲਦੇ, ਉਹਨਾਂ ਚਿਰ ਤੱਕ ਤੁਹਾਨੂੰ ਜਾਂ ਸਾਨੂੰ ਪੂਰਨ ਸੰਤ ਸਤਗੁਰੂ ਦੀ ਪਹਿਚਾਨ ਕਰਨੀ ਮੁਸ਼ਕਲ ਹੈ। ਦੇਖੋ, ਜਿਹੜਾ ਸੰਤ ਹੁੰਦਾ ਨਾ, ਜਿਹੜਾ ਆਪਾਂ ਜਿਹੜੀ ਅੱਜ ਟੌਪਿਕ ਦੀ ਗੱਲ ਕਰ ਰਹੇ ਹਾਂ, ਸੰਤ ਸਤਗੁਰੂ ਅਧਿਆਤਮਿਕ ਹੈ, ਅੰਦਰੂਨੀ ਜਿਹੜਾ ਸਾਡਾ ਆਤਮਾ ਦੇ ਬਾਰੇ ਸਾਡਾ ਗਿਆਨ ਰੱਖਦਾ ਐਕਸਪਰਟ ਹੈ, ਜਿਹੜਾ ਖੁਦ ਅੰਦਰ ਜਾਂਦਾ ਹੈ, ਉਹਨੇ ਆਤਮਾ ਨੂੰ ਪਹਿਚਾਨ ਲਿਆ। ਨੋ ਥਾਈ ਸੈਲਫ, ਮਨ ਜਿੱਤ ਲਿਆ, ਮਨ ਜੀਤੇ ਜਗ ਜੀਤ। ਤੇ ਉਹ ਉੱਪਰਲੇ ਰੂਹਾਨੀ ਮੰਡਲਾਂ ਦੀ ਸੈਰ ਕਰਦਾ ਹੈ, ਪਰਮਾਤਮਾ ਨਾਲ ਮਿਲਾਪ ਕਰਦਾ ਹੈ। ਜਿਹੜੇ ਸੰਤ ਹੁੰਦੇ ਨੇ ਨਾ, ਪੂਰਨ ਸੰਤ, ਉਹ 2 ਤਰ੍ਹਾਂ ਦੇ ਨੇ। ਬਾਹਲੀ ਆਪਾਂ ਬਰੀਕੀ ਨਹੀਂ, ਮੈਂ ਸਿੰਪਲ ਤਰੀਕੇ ਨਾਲ ਸਮਝਾਉਣਾ। ਕੁਝ ਸੰਤ ਅਜਿਹੇ ਹੁੰਦੇ ਨੇ ਜਿਹੜੇ ਕਿ ਦੁਨਿਆਵੀ ਕੰਮਾਂ ਦੀ, ਲੋਕਾਂ ਦੀ ਭਲਾਈ ਲਈ ਵੀ ਕੰਮ ਕਰਦੇ ਨੇ, ਨਾਲ ਨਾਲ ਉਹ ਕੁਛ ਨਾ ਕੁਛ ਅਧਿਆਤਮਕ ਰੂਹਾਨੀ ਟੀਚਿੰਗਸ ਵੀ ਦਿੰਦੇ ਨੇ। ਅਜਿਹੇ ਇੰਡੀਆ ਦੇ ਵਿੱਚ ਬਹੁਤ ਨੇ
ਜਿਹੜੇ ਕੋਈ ਸਕੂਲ ਬਣਾਉਂਦੇ ਨੇ, ਕਾਲਜ ਬਣਾਉਂਦੇ ਨੇ, ਹਸਪਤਾਲ ਬਣਾਉਂਦੇ ਨੇ, ਪਾਣੀ ਸਾਫ਼ ਕਰਦੇ ਨੇ, ਤੇ ਨਾਲ ਉਹ ਕਹਿੰਦੇ ਨੇ ਭਾਈ ਸਾਹਿਬ ਜਾਂ ਭੈਣ ਜੀ ਨਾਮ ਜਪੋ, ਭਜਨ ਸਿਮਰਨ ਕਰੋ, ਉਹ ਗੁਰੂ ਨੇ। ਤੇ ਜਾਂ ਆਪਾਂ ਇਹਨੂੰ ਇਹ ਕਹਿ ਸਕਦੇ ਹਾਂ ਕਿ ਉਹਨਾਂ ਦੀ ਜਿਹੜੀ ਲਿਵ ਹੈ, ਜਿਹੜਾ ਅੰਦਰਲਾ ਪੜਦਾ ਹੁੰਦਾ ਨਾ, ਥਰਡ ਆਈ, ਉਹ ਤ੍ਰਿਕੁਟੀ ਤੱਕ ਹੁੰਦਾ, ਪਹਿਲੀ ਮੰਜ਼ਿਲ ਤੱਕ ਹੁੰਦੇ ਨੇ, ਉਹ ਰੀਧੀ ਸਿੱਧੀਆਂ ਦੇ ਮਾਲਕ ਹੁੰਦੇ ਨੇ। ਉਹ ਕਿਸੇ ਨੂੰ ਮੁੰਡਾ ਵੀ ਦੇ, ਜੇ ਕਹਿ ਦੇਣ ਮੁੰਡਾ ਹੋ ਜੇ ਮੁੰਡਾ ਹੋ ਜਾਂਦੀ ਹੈ, ਕੁੜੀ ਹੋ ਜੇ ਕੁੜੀ ਹੋ ਜਾਂਦੀ ਹੈ, ਵਪਾਰ 'ਚ ਘਾਟਾ ਪੈ ਜੇ ਨਫਾ ਲਿਆ ਸਕਦੇ ਨੇ, ਕਿਸੇ ਨੂੰ ਫੋਰਨ ਕੰਟਰੀ ਭੇਜਣਾ ਹੈ ਉੱਥੇ ਭੇਜ ਸਕਦੇ ਨੇ। ਉਹਨਾਂ ਦਾ ਜਿਹੜਾ ਲੈਵਲ ਹੈ ਨਾ, ਉਹ ਨੰਬਰ 1 ਹੁੰਦਾ, ਉੱਪਰਲੇ ਹੋਰ ਲੈਵਲ ਤੇ ਨਹੀਂ। ਜਿਸ ਤਰ੍ਹਾਂ ਆਪਾਂ ਕਹਿ ਸਕੀਏ ਵੀ ਇਹ ਯੂਨੀਵਰਸਿਟੀ ਜੇ ਬੰਦੇ ਨੇ ਕਿਸੇ ਨੇ ਪੜਾਉਣਾ, ਉਹਦੀ PhD ਹੋਣਾ ਜ਼ਰੂਰੀ ਹੈ, ਪਰ ਜੇ ਕਾਲਜ 'ਚ ਪੜਾਉਣਾ ਹੋਵੇ ਮਾਸਟਰ ਨਾਲ ਕੰਮ ਚੱਲ ਜਾਂਦਾ ਹੈ। ਸੋ ਮਾਸਟਰ ਤੇ PhD ਲੈਵਲ ਹੈ, ਕੋਈ ਗ੍ਰੈਜੂਏਟ ਹੈ, ਕੋਈ ਮਾਸਟਰ ਹੈ, ਕੋਈ PhD ਹੈ। ਜਿਹੜੇ ਸੰਤ PhD ਹੁੰਦੇ ਨੇ, ਉਹਦਾ ਮਤਲਬ ਇਹ ਹੈ ਕਿ ਉਹਨਾਂ ਦਾ ਪਰਮਾਤਮਾ ਦੇ ਨਾਲ ਵਿਸਾਲ ਹੋ ਚੁੱਕਿਆ ਹੁੰਦਾ, ਉਹ ਰੀਧੀਆਂ ਸੀਧੀਆਂ ਤੋਂ ਕਾਫੀ ਅੱਗੇ ਨਿਕਲ ਚੁੱਕੇ ਹੁੰਦੇ ਨੇ। ਇਹ ਅੰਦਰਲੀਆਂ ਚੜ੍ਹਾਈ ਦੀਆਂ ਗੱਲਾਂ ਨੇ। ਹੁਣ ਜਿਹੜੇ ਅੰਦਰਲੀ ਚੜ੍ਹਾਈ ਕਰ ਲਏ ਨੇ ਪੂਰਨ ਸਤਿਗੁਰੂ ਨੇ, ਜਿਨ੍ਹਾਂ ਨੇ ਮਨ ਨੂੰ ਵੀ ਜਿੱਤ ਲਿਆ, ਅੱਗੇ ਜਿੰਨੀਆਂ ਵੀ ਸਟੇਜਿਸ ਨੇ ਉਹਨਾਂ ਨੇ ਕਰਕੇ ਧੁਨਾਤਮਕ ਜਿਹੜੀ ਹੈ ਉਹ ਧੁਨ ਵੀ ਸੁਣ ਲਈ, ਪਰਮਾਤਮਾ ਦੇ ਨਾਲ ਇੱਕਮਿਕ ਵੀ ਹੋ ਗਏ। ਉਹ ਜਿਹੜੇ ਸੰਤ ਹੁੰਦੇ ਨੇ ਨਾ, ਉਹ ਵੀ ਅੱਗੇ 2 ਪ੍ਰਕਾਰ ਦੇ ਨੇ। ਇੱਕ ਸੰਤ ਉਹ ਨੇ ਜਿਹੜੇ ਜੰਮਣ ਤੋਂ, ਜਦੋਂ ਜੰਮਦੇ ਨੇ ਨਾ, ਉਹਨਾਂ ਨੂੰ ਉਹ ਸਿੱਧੇ ਹੀ ਉਹਨਾਂ ਦੀ ਜਿਹੜੀ ਲਿਵ ਹੈ ਉਹ ਬਲੀ ਹੁੰਦੇ ਨੇ ਜੰਮਦੇ ਹੀ। ਜਿਸ ਤਰ੍ਹਾਂ ਆਪਾਂ ਗੁਰੂ ਨਾਨਕ ਸਾਹਿਬ ਦੀ ਐਗਜ਼ਾਮਪਲ ਦੇ ਸਕਦੇ ਹਾਂ, ਕਬੀਰ ਸਾਹਿਬ ਦੀ ਐਗਜ਼ਾਮਪਲ ਦੇ ਸਕਦੇ ਹਾਂ। ਤੇ ਇਹ ਜਿਹੜੇ ਪੂਰਨ ਸੰਤ ਹੁੰਦੇ ਨੇ, ਜੰਮਦੇ ਹੀ ਇਹਨਾਂ ਨੂੰ ਮਿਹਨਤ ਕਰਨੀ, ਉਹ ਸਿੱਧੀ ਇਹ ਪਰਮਾਤਮਾ ਦੀ ਧੁਰ ਦਰਗਾਹੋਂ ਗਿਆਨ ਲੈ ਕੇ ਆਉਂਦੇ ਨੇ, ਆਤਮਿਕ ਗਿਆਨ ਲੈਂਦੇ ਨੇ, ਤੇ ਜੰਮਦੇ ਸਾਰੀ ਛੋਟੀ ਜਿਹੀ ਉਮਰ ਦੇ ਵਿੱਚ ਹੀ ਪਰਮਾਤਮਾ ਦੇ ਮਿਲਾਪ ਦੀਆਂ ਗੱਲਾਂ ਕਰਦੇ ਨੇ। ਜਿਵੇਂ ਕਿ ਕਬੀਰ ਸਾਹਿਬ ਨੇ ਕਿਹਾ ਸੀ, ਕਹੋ ਕਬੀਰ ਹਮ ਧੁਰ ਘਰ ਕੇ ਭੇਤੀ, ਲਾਏ ਹੁਕਮ ਹਜ਼ੂਰੀ। ਕਿ ਕਬੀਰ ਸਾਹਿਬ ਕਹਿੰਦੇ ਕਿ ਅਸੀਂ ਤਾਂ ਉਹਦੇ ਘਰ ਦੇ, ਪਰਮਾਤਮਾ ਦੇ ਘਰ ਦੇ ਭੇਤੀ ਹਾਂ, ਤੇ ਉਹਦੇ ਹੁਕਮ ਨਾਲ ਹੀ ਅਸੀਂ ਇਸ ਸੰਸਾਰ ਦੇ ਵਿੱਚ ਆਏ ਹਾਂ। ਫਾਰ ਆਈ ਕਮ ਡਾਊਨ ਫਰੋਮ ਹੈਵਨ ਨਾਟ ਟੂ ਡੂ ਮਾਈ ਓਨ ਵਿਲ ਬਟ ਦ ਵਿਲ ਆਫ ਹਿਮ ਦੈਟ ਸੈਂਟ ਮੀ। ਕਿ ਮੈਂ ਆਪਣੀ ਮਰਜ਼ੀ ਨਾਲ ਨਹੀਂ ਆਇਆ, ਮੈਨੂੰ ਤਾਂ ਪਰਮਾਤਮਾ ਨੇ, ਉਹ ਕੁੱਲ ਮਾਲਕ ਨੇ ਮਜਬੂਰ ਕੀਤਾ ਕਿ ਦੁਨੀਆ ਦੇ ਲੋਕ ਤੜਫ ਰਹੇ ਨੇ, ਦੁਨੀਆ ਦੇ ਲੋਕ ਦੁਖੀ ਨੇ, ਤੇ ਉਹਨਾਂ ਨੂੰ ਕਲਿਆਣ ਕਰਕੇ ਵਾਪਸ ਮੇਰੇ ਨਾਲ ਮਿਲਾ। ਜਿਵੇਂ ਕਿ 10ਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਨਾ, ਚਿਤ ਨਾ ਭਇਓ ਹਮਰਾ ਆਵਨ ਕੋ, ਚੁਭੀ ਰਹੇ ਸੁਰਤ ਪ੍ਰਭ ਚਰਨਨ ਮੇਂ। ਕਿ ਮੇਰੀ ਤਾਂ ਉੱਥੇ ਪਰਮਾਤਮਾ ਨਾਲ ਇੱਕਮਿਕ ਸੀਗੇ, ਪਰਮਾਤਮਾ ਦਾ ਰੂਪ ਸੀਗੇ, ਪਰਮਾਤਮਾ ਹੀ ਸੀਗੇ। ਸੋ ਪਰਮਾਤਮਾ ਦੇ ਹੁਕਮ ਦੇ ਵੱਜੇ ਹੋਏ, ਮਜਬੂਰ ਕੀਤੇ ਹੋਏ ਸਾਨੂੰ ਇਸ ਦੁਨੀਆ ਵਿੱਚ ਆਉਣਾ ਪਿਆ। ਇਸੇ ਕਰਕੇ ਕਿਹਾ ਜਾਂਦਾ, ਗੋਡ ਐਂਡ ਗੋਡਸ ਮੈਨ ਆਰ ਵਨ ਐਂਡ ਦੇयर ਇਜ਼ ਨੋ ਡਿਸਟਿੰਕਸ਼ਨ। ਇਹ ਜਿਹੜੇ ਲੋਕ ਹੁੰਦੇ, ਇਹ ਜਿਹੜੇ ਸੰਤ ਹੁੰਦੇ ਨੇ, ਪਰਮਾਤਮਾ ਤੋਂ ਸਿੱਧੇ ਹੀ ਧਰਤੀ ਤੇ ਆਉਂਦੇ ਨੇ। ਗੁਰੂ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਸੋ ਅਜਿਹੇ ਸੰਤ ਦੁਨੀਆ ਦੇ ਵਿੱਚ ਕਦੇ ਨਾ ਕਦੇ ਸੈਂਕੜੇ ਸਾਲਾਂ ਬਾਅਦ, ਹਜ਼ਾਰਾਂ ਸਾਲਾਂ ਬਾਅਦ ਆਉਂਦੇ ਨੇ, ਜਿਹੜੇ ਕਿ ਸਿੱਧੇ ਹੀ ਪਰਮਾਤਮਾ ਤੋਂ ਆਉਂਦੇ ਨੇ। ਉਹਨਾਂ ਦੇ ਕੋਈ ਗੁਰੂ ਨਹੀਂ ਹੁੰਦੇ, ਉਹ ਥੋੜੀ ਮੋਟੀ ਮਿਹਨਤ ਕਰਕੇ ਸਿੱਧਾ ਹੀ ਪਰਮਾਤਮਾ ਦਾ ਗਿਆਨ ਦੇਣਾ ਸ਼ੁਰੂ ਕਰ ਦਿੰਦੇ ਨੇ। ਪਰ ਦੂਸਰੀ ਪ੍ਰਕਾਰ ਦੇ ਜਿਹੜੇ ਪੂਰਨ ਸੰਤ ਹੁੰਦੇ ਨੇ, ਉਹ ਵੀ ਪੂਰਨ ਨੇ। ਦੂਸਰੀ ਪ੍ਰਕਾਰ ਦੇ ਉਹ ਪੂਰਨ ਸੰਤ ਕੀ ਕਰਦੇ ਨੇ ਕਿ ਦੁਨੀਆ ਦੇ ਵਿੱਚ ਆ ਕੇ ਆਪਣੇ ਗੁਰੂ ਤੋਂ ਦੀਕਸ਼ਾ ਲੈਂਦੇ ਨੇ, ਨਾਮਦਾਨ ਲੈਂਦੇ ਨੇ, ਤੇ ਫਿਰ ਮਿਹਨਤ ਕਰਕੇ ਆਪਣਾ ਪਰਦਾ ਖੋਲ ਕੇ ਉਹ ਵੀ ਪਰਮਾਤਮਾ ਨਾਲ ਮਿਲ ਜਾਂਦੇ ਨੇ, ਪਰ ਮਿਲਦੇ ਆਪਣੇ ਗੁਰੂ ਦੇ ਥਰੂ ਹੀ ਨੇ। ਤੇ ਜਦੋਂ ਉਹਨਾਂ ਦਾ ਗੁਰੂ ਦੁਨੀਆ ਵਿੱਚੋਂ ਚਲਿਆ ਜਾਂਦਾ, ਚੋਲਾ ਛੱਡ ਜਾਂਦਾ, ਦੇਹ ਤਿਆਗ ਦਿੰਦਾ, ਤਾਂ ਕਈ ਵਾਰ ਗੁਰੂ ਉਹਨਾਂ ਨੂੰ ਆਪਣੀ ਗੱਦੀ ਦੇ ਉੱਤੇ ਆਪਣਾ ਪ੍ਰਚਾਰ ਕਰਨ ਲਈ, ਰੂਹਾਨੀਅਤ ਦਾ ਪ੍ਰਚਾਰ ਕਰਨ ਲਈ ਆਪਣੀ ਗੱਦੀ ਦੇ ਜਾਂਦੇ ਨੇ, ਗੱਦੀ ਨਿਸ਼ੀਨ ਬਣ ਜਾਂਦੇ ਨੇ। ਇਸ ਪ੍ਰਕਾਰ ਦੇ ਗੁਰੂ ਜਿਹੜੇ ਅੱਗੇ ਦੀ ਅੱਗੇ ਗੱਦੀਆਂ ਚੱਲਦੀਆਂ ਨੇ, ਇਹ ਹੌਲੀ ਹੌਲੀ ਹਿਸਟਰੀ ਭਰੀ ਪਈ ਹੈ। ਹੌਲੀ ਹੌਲੀ ਉਹਦੇ ਵਿੱਚੋਂ ਰੂਹਾਨੀਅਤ ਘਟਦੀ ਜਾਂਦੀ ਹੈ, ਤੇ ਅਖੀਰ ਦੇ ਵਿੱਚ ਰੂਹਾਨੀਅਤ ਬਿਲਕੁਲ ਹੀ ਖਤਮ ਹੋ ਜਾਂਦੀ ਹੈ। ਸਗੋਂ ਉਹਦੀ ਥਾਂ ਤੇ ਨਿਯਮ, ਰਿਚੁਅਲਸ ਬਣ ਜਾਂਦੇ ਨੇ। ਚਿੱਟੇ ਕੱਪੜੇ ਪਾਉਣੇ ਨੇ, ਸਵੇਰੇ ਆਉਣਾ, ਇੰਨੇ ਵਜੇ ਆਉਣਾ, ਸਿਰ ਢੱਕ ਕੇ, ਮੱਥਾ ਢੱਕ ਕੇ ਤੁਸੀਂ ਸਤਸੰਗ ਕਰਨਾ ਹੈ, ਤੇ ਇੰਨੇ ਵਜੇ ਆ ਸਕਦੇ ਹੋ, 10 ਦਿਨਾਂ ਲਈ ਆ ਸਕਦੇ ਹੋ, 20 ਦਿਨਾਂ ਲਈ, ਉਹ ਰੂਲਸ ਬਣ ਜਾਂਦੇ ਨੇ। ਤੇ ਇਹ ਤਾਂ ਹੁੰਦੇ ਨੇ ਕਿਉਂਕਿ ਹੌਲੀ ਹੌਲੀ ਜਦੋਂ ਗੱਦੀ ਚੱਲਦੀ ਹੈ ਨਾ, ਉਹ ਜਿਹੜੀ ਰੂਹਾਨੀਅਤ ਹੈ ਫਿੱਕੀ ਪੈਣੀ ਸ਼ੁਰੂ ਹੋ ਜਾਂਦੀ ਹੈ। ਤੇ ਉਹਦੇ ਵਿੱਚ ਕੀ ਹੁੰਦਾ, ਦੇਖਣ ਨੂੰ ਤਾਂ ਲੱਗਦਾ ਵੀ ਰੂਹਾਨੀਅਤ ਹੈ ਬਹੁਤ ਵੱਡੀ ਆਰਗੇਨਾਈਜੇਸ਼ਨ ਬਣਦੀ ਹੈ, ਲੱਖਾਂ ਕਰੋੜਾਂ ਦੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਦੀ ਸੰਗਤ ਹੁੰਦੀ ਹੈ, ਡੇਰੇ ਹੁੰਦੇ ਨੇ, ਪਰ ਉਹ ਇੱਕ ਤਰੀਕੇ ਦੇ ਨਾਲ ਇੱਕ ਖਾਲੀ ਮਿਆਨ ਹੈ। ਜਿਸ ਤਰ੍ਹਾਂ ਮਿਆਨ ਦੀ ਵੈਲਿਊ ਉਦੋਂ ਹੈ ਜਦੋਂ ਤਲਵਾਰ ਵਿੱਚੋਂ ਮਿਸ ਹੋ ਜਾਂਦੀ ਹੈ।
जिस तरह सोने का जिहड़ा डब्बा है ना, ਉਹਦੇ ਵਿੱਚ जिन्ना चिर तक सोने का गहना है ਉਹਦੀ वैल्यू है। सो उसी तरह ही ਇਹ भी एक डब्बा बन जाता है, गहना ਵਿੱਚੋਂ मिस हो जाता, ਜਿਹਨੂੰ कि ਆਪਾਂ रूहानीयत कह सकते हैं। ਲੱਖਾਂ ਕਰੋੜਾਂ ਅਜਿਹੇ ਜਿਹੜੀਆਂ ਗੱਡੀਆਂ ਚੱਲਦੀਆਂ ਅੱਗੇ ਦੀ ਅੱਗੇ ਲੱਖਾਂ ਕਰੋੜਾਂ ਇਹਨਾਂ ਦੇ ਭਗਤ ਬਣ ਜਾਂਦੇ ਨੇ, ਨਾ ਉਹਨਾਂ ਦੇ ਪੱਲੇ ਕੁਝ ਹੁੰਦਾ रूहानी तौर पर, ना गुरु के पल्ले हुंदा। ये ठीक है भी वो अमीर बन जाते, पावर लै लैंदे, कुछ लै लैंदे, पर जिस तक रूहानीयत की गल है वो रूहानीयत उन्हां दे पल्ले नहीं हुंदी। एक हिस्टरी की गवाह है। जे ये गल सच्ची ना होवे तां जिहड़े एक वारी पहला गुरु आए सीगे उन्हां दी गद्दी चली जांदी सी, फिर तां नवीआं गद्दियां चलण दी लोड़ ही नहीं पैंदी। सो जदों रूहानीयत मिस हो जांदी है फिर किसी होर थां दे उत्ते वो संत सतगुरु जन्म लैंदे ने ते उत्थे रूहानीयत दा प्रचार करदे ने। जिहड़े परफेक्ट मास्टर हुंदे ने ना, उन्हां नूं समझना कोई सौखा काम नहीं, बहुत औखा काम है। अज आपां यही गल करांगे भी आपां परफेक्ट मास्टर नूं किस तरह समझ सकते हैं। देख लो जिहड़ा पूर्ण संत हुंदा ना कोई भी, वो साडे वांग ही खांदे पींदे ने, उठदे बैठदे ने, चलदे फिरदे ने, उन्हां दे भी परिवार हुंदे ने, बच्चे हुंदे ने, पर उन्हां दे अंदर जिहड़ी अंदरली ताकत हुंदी है ना, रूहानी ताकत हुंदी है, वो सानूं दिखाई नहीं दिंदी। वो कोई बिरला बिरला ही उस नूं समझ सकता है, उस नूं देख सकता है। क्यों? क्योंकि जिन्ना चिर तक असीं मेहनत करके अंदरली जोत नूं नहीं देखदे, अंदरली रूहानी धुन नूं नहीं सुनदे, उन्ना चिर तक गुरु की पहचान मूँह जवानियां सुनियां सुनाइयां गल्लां ने, घड़ियां घड़ाइयां गल्लां ने, हाइपोथेटिकल गल्लां ने। क्योंकि हकीकत यह है कि एवड ऊंचा होए कोई तिस ऊंचे को जाने सोए। ही हु इज एज हाई एज द परफेक्ट मास्टर ओनली ही कैन नो हिम। जिन्ना चिर तक असीं आप मेहनत करके अपना अंदरला पर्दा नहीं खोलते, रब्बी जोत दे दर्शन नहीं करते, रब्बी धुन नूं नहीं सुनते, उन्ना चिर तक असीं किसी बारे जजमेंट नहीं दे सकते कि यह परफेक्ट गुरु हैगा कि नहीं। ते जदों तुहाडा पर्दा खुल जाता है, आप मेहनत करते हैं, तो फिर तुहानूं 100% श्योरिटी हुंदी है भी ये जिहड़े संत महापुरुष बने फिरदे ने ना, जिहड़े चिट्टे कपड़े पाउंदे, चिट्टियां दाड़ियां रखदे, बड़ियां कारां 'च जांदे ने, हवाई जहाज़ां दा सफर करदे ने, लखां करोड़ां इन्हां दी संगत है, भी ये इन्हां पल्ले कुछ नहीं है, ये खाली डब्बा ही डब्बा है, रूहानी तुड्डी भी है। सो ਉਹਦੇ ਲਈ जजमेंट करने ਲਈ ਤੁਹਾਨੂੰ यू हैव टू गो विद इन, फिर ही ਅਸੀਂ जजमेंट करांगे ना। सो इस करके ਆਪਾਂ ਕਿਸੇ ਬਾਰੇ जजमेंट देने तो पहला खुद मेहनत करिए, अपने अंदर अपने हथ पल्ले कुछ होवे फिर ही कोई जजमेंट करांगे। जे ਆਪਾਂ 10वीं पास हाँ, ਕਿਸੇ ਨੂੰ ਕੀ ਕਹਿ ਸਕਦੇ ਆ ਵੀ ਇਹ ਗ੍ਰੈਜੂਏਟ ਹੈਗਾ ਕਿ ਨਹੀਂ ਹੈਗਾ, पोस्ट ग्रैजूएट हैगा कि नहीं। ਜਦੋਂ ਅਸੀਂ ਉਹਦੇ ਲੈਵਲ ਤੇ ਜਾਵਾਂਗੇ ਫਿਰ ਸਾਨੂੰ ਪਤਾ ਲੱਗੂਗਾ ਵੀ ਇਹਨੂੰ ਇੰਨਾ ਗਿਆਨ ਹੈਗਾ ਕਿ ਨਹੀਂ ਹੈਗਾ ਕਿ ਸਿਫਾਰਿਸ਼ਾਂ ਦੇ ਕੇ ਨਕਲਾਂ ਮਾਰ ਕੇ ਪਰਚੀਆਂ ਲੈ ਕੇ ਹੀ ਮਾਸਟਰ ਬਣਿਆ ਹੋਵੇ। सो गुरु ਦੀਆਂ ਨਿਸ਼ਾਨੀਆਂ ਕੀ ਨੇ ਮੋਟੀਆਂ ਮੋਟੀਆਂ, ਇਹ ਤਾਂ ਹੈਗੀ ਨਾ ਅੰਦਰ ਦੀ ਗੱਲ ਵੀ ਅੰਦਰ ਜਾਓਗੇ ਤੁਹਾਨੂੰ ਪਹਿਚਾਨ ਹੋ ਜੂਗੀ। ਪਰ ਹੁਣ ਅੰਦਰ ਕਿੰਨੇ ਕੁ ਜਾਂਦੇ ਨੇ, ਮੇਰੇ ਦਾ ਖਿਆਲ ਕੋਈ ਨਹੀਂ। ਉਹੋ ਜਿਹੇ ਚੇਲੇ ਚਾਪੜੇ ਨੇ ਸਾਰੇ, ਉਹ ਜਾਂਦੇ ਕਹਿਣੀ ਮਿੱਠੀਆਂ ਗੱਲਾਂ ਬਣਾ ਕੇ ਗੁਰੂ ਨੂੰ ਵੀ ਫੂਕ ਦੇਈ ਜਾਂਦੇ। ਗੁਰੂ ਨੂੰ ਵੀ ਪਤਾ ਨਾ ਮੈਂ ਅੰਦਰ ਗਿਆ ਨਾ ਇਹ ਅੰਦਰ ਗਏ ਨੇ, ਇਸ ਕਰਕੇ ਭੀੜ ਦੇਖ ਕੇ ਜੀ ਲੱਗਿਆ ਰਹਿੰਦਾ ਉਹਨਾਂ ਦਾ ਵੀ ਸੇਵਾ ਤੇ ਚਲੇ ਗਏ, ਇੱਧਰ ਚਲੇ ਗਏ, ਉੱਧਰ ਚਲੇ ਗਏ, ਮਗਰ ਮਗਰ ਭੱਜੇ ਫਿਰਦੇ ਨੇ। ਜੇ ਕਦੇ ਠੰਡੇ ਦਿਲ ਨਾਲ ਸੋਚੋ, ਉਹਨਾਂ ਨੂੰ ਵੀ ਪਤਾ ਹੁੰਦਾ ਕਿ ਮੇਰੇ ਪੱਲੇ ਕੱਖ ਨਹੀਂ ਹੈ। क्योंकि जदों भी तुहानूं कुछ मिलूगा इधरों उधरों नहीं, अंदर वड़ के मिलना है। जिन्नी मर्जी सेवा कर लो, जिन्ने मर्जी पुण्यदान कर लो, जिन्ना चिर तक 100% तुसीं अंदर मेहनत करके नहीं बढ़ते, उस रब्बी जोत दे दर्शन नहीं करते, तुनात्मक धुन नूं नहीं सुनते, उन्ना चिर तक तुसीं खाली हो। ये ठीक है भी जे झूठे ड्रामे करोगे तो परमात्मा कोलों किहड़ियां गल्लां छुपियां होईयां, जिवें दाई कोलों किहड़ा पेट लुकिया हुंदा है, वो परमात्मा नूं पता भी ये ड्रामेबाजी करदा है। पर फिर भी जे असीं पूर्ण गुरु दीयां निशानियां देखनियां होण दुनियावी तौर ते, उहदी पहली निशानी हुंदी है भी जिहड़ा पूर्ण गुरु हुंदा ना, वो दाता हुंदा है, वो मंगता नहीं हुंदा। वो अपने खाण पीण लई, अपने जीवन का निर्वाह करने दे लई खुद हत्थां पैरां नाल मेहनत करदा है। जो भी उहदी कमाई हुंदी है नेक पाक उहदे विच आपदा गुजारा करदा, ते जिहड़ा कोई माड़ा मोटा बचे वो संगत लई भुखे प्यासे दी मदद करदा है। कबीर साहब ने कहा सी संत दी निशानी कि मर जाऊं मांगू नहीं, अपने तन के काज परमार्थ के काज में मुझे ना वेलाज। की कहने कबीर साहब कि मैं मरना प्रेफर करदा
कि मैं अपने लिए मैनूं कपड़ा चाहिए, रोटी चाहिए, वो चाहिए, मैनूं कोई जुत्ती चाहिए, ਉਹਦੇ ਲਈ नहीं मैं मंगता, ਉਹਦੇ ਲਈ मैं मरना। आई विल प्रेफर टू डाई माई सेल्फ इंस्टेड ऑफ बैगिंग इन फ्रंट ऑफ द पीपल। कहते नाल ही दूजी शब्द है, परमार्थ के काज में मुझे ना वे लाज। जे कोई रूहानी काम करने, परमार्थ के काम करने, कदे कोई खूह लवाउणा है, किते कोई हॉस्पिटल खोलना है, ਉਹਦੇ ਲਈ ਲੋਕਾਂ ਨੂੰ ਕਹਿ ਸਕਦੇ ਨੇ ਕਿ ਵੀ ਤੁਸੀਂ ਆਹ ਕੰਮ ਕਰੋ, ਆਹ ਕਰੋ ਤੇ ਇਹਦੇ ਲਈ ਪੈਸਾ ਬਣਾਓ, ਬਿਲਡਿੰਗ ਬਣਾਓ। ਉਹ ਪਰਮਾਰਥ ਦੇ ਕੰਮ ਨੇ, ਪਰ ਆਪਣੀ ਪਰਸਨਲ ਲਾਈਫ ਦੇ ਲਈ, ਆਪਣਾ ਪਰਸਨਲ ਫਾਇਦਾ ਲੈਣ ਦੇ ਲਈ ਉਹ ਕਦੇ ਵੀ ਸੰਗਤ ਦੇ ਅੱਗੇ ਹੱਥ ਨਹੀਂ ਫੈਲਾਉਂਦੇ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀਗਾ, ਗੁਰੂ ਪੀਰ ਸਦਾਏ ਮੰਗਣ ਜਾਏ, ताके मूल न लागो पाए, काल खाए कुछ हथों दे, नानक राह पछाने सोए। गुरु नानक साहब कहते ने कि जेड़े अपने आप नूं गुरु पीर संत समझते ने ते लोकां दे कोले मंगदे फिरदे ने ना, उन्हां दे कदे पैरां ते मत्थे नहीं टेकी दे। काल खाए कुछ हथों दे, उन्हां ने प्रिंसीपल सैट किया कि अपनी जिंदगी का निर्वाह करने दे लई ਉਹ ਦਸਾਂ ਨੌਹਾਂ ਦੀ ਕਮਾਈ ਕਰਦੇ ਨੇ। ਨਾਨਕ ਰਾਹ ਪਛਾਣੇ ਸੋਈ, ਕਾਲ ਖਾਏ ਕੁਛ ਹੱਥੋਂ ਦੇ, ਆਪਣੀ ਮਿਹਨਤ ਕਰਕੇ ਕਮਾਉਂਦੇ ਨੇ ਤੇ ਲੋੜਵੰਦਾਂ ਦੀ ਸੇਵਾ ਕਰਦੇ ਨੇ। ਇਹੀ ਅਸਲੀ ਸੰਤ ਦੀ ਨਿਸ਼ਾਨੀ ਹੈ ਬਾਹਰੋਂ। ਇਹ ਸਾਡੀਆਂ ਅੱਖਾਂ ਖੋਲ ਕੇ ਰੱਖਣ ਦੀ ਲੋੜ ਹੈ। ਜਿਹੜੇ ਇਨਡਾਇਰੈਕਟ ਵੇ ਨਾਲ ਨਾ ਮੰਗਦੇ ਫਿਰਦੇ ਨੇ ਵੀ ਆਹ ਕਰ ਦਿਓ, ਮੋਹ ਕਰ ਦਿਓ, ਕਈ ਵਾਰੀ ਇੰਜ ਕਹਿੰਦੇ ਸਕੂਲ ਖੋਲਣਾ, ਕਾਲਜ ਖੋਲਣਾ, ਉਹ ਖੋਲਣਾ, ਬਾਹ ਖੋਲਣਾ, ਪਿੱਛੇ ਉਹਨਾਂ ਦਾ ਮੋਟਿਵ ਉਹਨਾਂ ਦਾ ਤੋਰੀ ਫੁਲਕਾ ਉਹਨਾਂ ਦਾ ਚੱਲਦਾ ਰਹਿੰਦਾ। ਪਲਟੂ ਸਾਹਿਬ यूपी के अंदर, उत्तर प्रदेश के अंदर एक उच्च कोटि के महात्मा हुए ने, उन्होंने भी इस बारे लिखे है। वो कहते भीख ना मांगे, भीख ना मांगे संत जन, भीख नहीं मांगते, वो बैगिंग नहीं है, दे आर नॉट बैगर्स। कह गए पलटू दास, हंस चुगे ना घोगी, सिंह चरे ना कास। कहते जिस तरह जेडे हंस हुंदे ने घोगे नहीं खांदे, वो मोती खांदे ने, इस तरह जेडे शेर हुंदे ने घाह नहीं खांदे। इसी तरह ਜਿਹੜੇ ਸੰਤ ਮਹਾਪੁਰਸ਼ ਹੁੰਦੇ ਨੇ ਉਹ ਲੋਕਾਂ ਦੇ ਅੱਗੇ ਭੀਖ ਨਹੀਂ ਮੰਗਦੇ, ਬੈਗਿੰਗ ਨਹੀਂ, ਬੈਗਰ ਨਹੀਂ ਹੈ। ਦੂਸਰਾ ਕੀ ਨਿਸ਼ਾਨੀ ਹੈ ਸੰਤ ਮਹਾਪੁਰਸ਼ ਦੀ? ਉਹ ਹੈਗਾ ਕਿ ਜਿਹੜੇ ਪੂਰਨ ਸੰਤ ਸਤਿਗੁਰੂ ਹੁੰਦੇ ਨੇ ਨਾ, ਉਹ ਵਿਛੜੀਆਂ ਰੂਹਾਂ ਨੂੰ, ਜਿਵੇਂ ਆਪਾਂ ਵੀ ਆਰ ਆਲ ਸਟਰਗਲਿੰਗ ਸੋਲਸ, ਦੁਨੀਆ ਚ ਆਏ ਆ, ਪਰਮਾਤਮਾ ਨਾਲ ਵਿਸਾਲ ਕਰਨਾ ਸੀ ਤਾਂ ਮਾਂ ਦੇ ਪੇਟ ਚੋਂ ਨਿਕਲੇ ਆ, ਪਰ ਦੁਨੀਆ ਨਾਲ ਇੰਨਾ ਪਿਆਰ ਪੈ ਗਿਆ ਉਹ ਗੱਲਾਂ ਭੁੱਲ ਗਏ। ਸੋ ਜਿਹੜੇ ਪੂਰਨ ਸੰਤ ਹੁੰਦੇ ਨੇ ਉਹ ਸਾਡੀਆਂ ਵਿਛੜੀਆਂ ਰੂਹਾਂ ਨੂੰ, ਸਾਡੇ ਵਰਗੇ ਲੋਕਾਂ ਨੂੰ ਸਮਝਾਉਂਦੇ ਨੇ ਕਿ ਭਰਾਵਾ ਤੇਰੇ ਜ਼ਿੰਦਗੀ ਦਾ, ਇਸ ਜੀਣ ਦਾ, ਇਹ ਰੋਟੀ ਪਾਣੀ ਖਾਣ ਦਾ, ਦੁਨੀਆ ਵਿੱਚ ਰਹਿਣ ਦਾ ਸਿਰਫ ਇਹੀ ਨਹੀਂ ਵੀ ਬਾਲ ਬੱਚੇ ਜੰਮ ਲਏ ਤੇ ਬੁਢਾਪਾ ਹੋ ਗਿਆ, ਪੈਸੇ ਕਮਾ ਲਏ, ਵੱਡੇ ਮਕਾਨ ਲੈ ਲਏ। ਤੇਰੀ ਜ਼ਿੰਦਗੀ ਦਾ ਜਿਹੜਾ ਅਲਟੀਮੇਟ ਗੋਲ ਹੈ ਉਹ ਹੈਗਾ ਟੂ ਮਰਜ ਵਿਦ ਦ ਲਾਰਡ। अपने आप ਨੂੰ ਪਹਿਚਾਨ। ਸੋ ਆਪਣੇ ਆਪ ਨੂੰ ਜਦੋਂ ਤੂੰ ਪਹਿਚਾਨੇਗਾ ਕਿ ਮੈਂ ਕੀ ਹਾਂ, ਮੈਂ ਉਸ ਪਰਮ ਪਿਤਾ ਪਰਮੇਸ਼ਰ ਦੀ ਅੰਸ਼ ਹਾਂ, ਆਤਮ ਅੰਸ਼ ਰਾਮ ਦੀ। ਜਦੋਂ ਤੁਸੀਂ ਆਪਣੇ ਅੰਦਰ ਵੜੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਮੈਂ ਛੋਟੀ ਜਿਹੀ ਤਾਕਤ ਨਹੀਂ, ਮੈਂ ਤਾਂ ਉਸ ਪਰਮਾਤਮਾ ਦੀ ਬੂੰਦ ਹਾਂ। ਸੋ ਉਹ ਪੂਰਨ ਸੰਤ ਜਿਹੜੇ ਹੁੰਦੇ ਨੇ ਉਹ ਸਾਨੂੰ ਇਹ ਗੱਲਾਂ ਸਮਝਾਉਂਦੇ ਨੇ। ਪਰ ਜਿਹੜੇ ਥੱਲੜੇ ਲੈਵਲ ਦੇ ਸੰਤ ਹੁੰਦੇ ਨੇ ਉਹ ਸਾਨੂੰ ਜਿਹੜੀ ਸੰਗਤ ਹੁੰਦੀ ਹੈ, ਕੋਈ ਕਹਿੰਦਾ ਜੀ ਮੇਰੇ ਮੁੰਡੇ ਨਹੀਂ ਹੈ, ਮੇਰਾ ਕੁੜੀ ਆ, ਕੁੜੀਆਂ ਹੋਈਆਂ ਜਾਂਦੀਆਂ, ਜਾਂ ਮੇਰੇ ਬਿਜ਼ਨਸ ਘਾਟਾ ਪਈ ਜਾਂਦਾ, ਮੈਨੂੰ ਨੌਕਰੀ ਨਹੀਂ ਮਿਲਦੀ, ਮੈਂ ਫੋਰਨ ਨਹੀਂ ਜਾਂਦਾ, ਆਈਲੈਟਸ ਦੇ ਐਗਜ਼ਾਮ ਕਲੀਅਰ ਨਹੀਂ ਦੇ, ਘਰ 'ਚ ਸੱਸ ਸਹੁਰੇ ਦਾ ਲੜਾਈ ਝਗੜਾ ਰਹਿੰਦਾ, ਕਿਸੇ ਨੂੰ ਕੋਈ ਪਾਵਰ ਦੀ ਲਸਟ ਹੁੰਦੀ ਹੈ ਵੀ MLA ਬਣਨਾ ਹੈ, ਮੰਤਰੀ ਬਣਨਾ ਹੈ, ਪ੍ਰਧਾਨ ਮੰਤਰੀ ਬਣਨਾ ਹੈ। ਉਹ ਜਿਹੇ ਜਿਹਨੇ ਡਿਮਾਂਡਸ ਨੇ ਉਹ ਪੂਰੀਆਂ ਕਰਦੇ ਨੇ। ਉਹ ਜਿਹੜੀ ਹੈਗੀ ਉਹ ਉੱਪਰਲੇ ਲੈਵਲ ਦੇ ਨਹੀਂ ਹੁੰਦੇ। ਜਿਹੜਾ ਉੱਪਰਲਾ ਲੈਵਲ ਦਾ ਹੁੰਦਾ ਉਹ ਇਹਨਾਂ ਗੱਲਾਂ 'ਚ ਪੈਂਦੇ ਨੇ। ਉਹ ਕਹਿੰਦੇ these are all temporary things, you can't get the permanent happiness। ਤੈਨੂੰ ਜੇ ਪਰਮਾਨੈਂਟ ਖੁਸ਼ੀ ਰਹਿਣੀ, MLA ਵੀ ਬਣ ਗਿਆ, ਪ੍ਰਧਾਨ ਮੰਤਰੀ ਬਣ ਗਿਆ, ਫੌਰਨ ਦੇ ਵਿੱਚ ਵੀ ਚਲਿਆ ਗਿਆ, ਮੁੰਡੇ ਵੀ ਜੰਮ ਲਏ, ਕੁੜੀਆਂ ਵੀ ਜੰਮ ਲਈਆਂ, ਫਿਰ ਵੀ ਤੂੰ ਦੁਖੀ ਹੋਵੇਂਗਾ। ਜੇ ਤੂੰ ਸੱਚਾ ਸੁੱਖ ਲੈਣਾ ਨਾ ਤਾਂ ਤੈਨੂੰ ਪਰਮਾਤਮਾ ਦੇ ਨਾਲ ਮਿਲਾਪ ਕਰਨਾ ਪਊਗਾ। ਇਧਰੋਂ ਤੈਨੂੰ ਦੁਨੀਆ ਦੇ ਨਾਲੋਂ डिटैच होना पऊगा ते अंदर तैनूं परमात्मा नाल अटैचमेंट करनी पऊगी। ਉਹ ਜਿਹੜੇ ਪੂਰਨ ਸੰਤ ਹੁੰਦੇ ਨੇ ਸਿਰਫ ਇਹੀ ਗੱਲਾਂ ਕਰਦੇ ਨੇ। ਪਰ ਜਿਹੜੇ ਨਕਲੀ ਹੁੰਦੇ ਨੇ, ਦਿਖਾਵੇ ਦੇ ਸੰਤ ਹੁੰਦੇ ਨੇ, ਸਿਰਫ ਕੱਪੜਿਆਂ ਕਰਕੇ ਪਛਾਣੇ, ਵੱਡੇ ਵੱਡੇ ਟਿੱਕੇ ਲਗਾ ਲਏ, ਮਾਲਾ ਫੜ ਲਈ ਹੱਥ ਵਿੱਚ, ਹਾਂਜੀ ਪਿੱਛੇ 10-15 ਬੰਦੇ ਤੁਰੇ ਫਿਰਦੇ ਨੇ। ਉਹ ਸਟੇਜਾਂ ਤੇ ਬੈਠ ਕੇ ਨਾ ਸਿਰਫ ਲੋਕਾਂ ਨੂੰ ਮਖੌਲ ਕਰਦੇ ਨੇ ਕੁਐਸਚਨ ਆਨਸਰ ਦੇ ਵਿੱਚ। ਉਹ ਇੱਕ ਧਰਮ ਵਾਲਾ ਦੂਜੇ ਧਰਮ ਦੀ ਨਿੰਦਿਆ ਕਰਦਾ। ਜੇ ਕੋਈ ਬੰਦਾ ਸਰਦਾਰ ਹੈ ਉਹ ਹਿੰਦੂ ਧਰਮ ਦੀ ਨਿੰਦਿਆ ਕਰੀ ਜਾਂਦਾ, ਲక్ష్ਮੀ ਦੀ ਮਜ਼ਾਕ ਉਡਾਈ ਜਾਂਦਾ ਤੇ ਆਪ ਕਹਿੰਦਾ ਵੀ ਪਰਫੈਕਟ ਮਾਸਟਰ ਨੂੰ ਮੰਨੋ ਤੇ ਉਹ ਅੰਦਰੋਂ ਖਾਤੇ ਕੁਝ ਹੋਰ ਹੀ ਸਾਫ਼ਕਾਰੀ ਕਰੀ ਜਾਂਦਾ। ਉਹਨਾਂ ਦੇ ਅੱਗੇ ਜੇ ਕੋਈ ਜਿਹੜਾ ਹੈ ਨਾ ਉਹ ਇੱਕ ਦੂਜੇ ਧਰਮ ਨੂੰ ਨੀਵਾਂ ਦਿਖਾਉਂਦੇ ਨੇ। ਉਹਨਾਂ ਦੀ ਜਿਹੜੀ ਪ੍ਰਾਇੋਰਟੀ ਹੁੰਦੀ ਹੈ ਨਾ
ਜਿਹੜੇ ਪੂਰਨ ਸੰਤ ਸਤਿਗੁਰੂ ਹੁੰਦੇ ਨੇ ਉਹਨਾਂ ਦੀ ਪ੍ਰਾਇੋਰਟੀ ਕੀ ਹੁੰਦੀ ਹੈ? ਉਹ ਸਟੇਜ ਤੇ ਬਹਿ ਕੇ ਜੋ ਸਤਸੰਗ ਕਰਦੇ ਨੇ, ਜੇ ਕੋਈ ਉਹਨਾਂ ਨੂੰ ਹਾਸੀ ਮਜ਼ਾਕ ਦਾ ਸਵਾਲ ਵੀ ਪੁੱਛ ਲੈਂਦਾ ਕਿ ਸੰਤ ਜੀ ਤੁਸੀਂ ਮੈਨੂੰ ਚੰਗੇ ਲੱਗਦੇ ਹੋ, ਤੁਹਾਡੀਆਂ ਮੁੱਛਾਂ ਚੰਗੀਆਂ ਲੱਗਦੀਆਂ, ਤੁਹਾਡੀ ਦਾੜੀ ਚੰਗੀ ਲੱਗਦੀ ਹੈ, ਤੁਸੀਂ ਆਏ ਆ ਬਾਹ, ਉਹ ਉਹਨਾਂ ਦਾ ਮਾਹੌਲ ਉਹਦੀ ਚੇਂਜ ਕਰ ਦਿੰਦੇ ਨੇ। ਬੇਟਾ ਇੱਥੇ ਜਿਹੜਾ ਤੁਹਾਡਾ ਕੁਐਸਚਨ ਹੈ ਨਾ, ਉਹ ਇਹ ਹੋਣਾ ਚਾਹੀਦਾ ਕਿ ਅੰਦਰਲੇ ਤੁਹਾਨੂੰ ਕੀ ਪ੍ਰੋਬਲਮ ਆ ਰਹੀਆਂ ਨੇ, ਤੁਸੀਂ ਮੈਡੀਟੇਸ਼ਨ ਨੂੰ ਪ੍ਰਾਇੋਰਟੀ ਦਿਓ, ਇਹੋ ਜਿਹੇ ਫਜ਼ੂਲ ਦੇ ਸਵਾਲ ਨਾ ਪੁੱਛੋ। ਜਿਹੜੇ ਪੁੱਛਦੇ ਨੇ ਸੰਗਤ ਵੀ ਆਨੰਦ ਲੈਂਦੀ ਹੈ, ਹਾਸਾ ਮਖੌਲ ਕਰਦੀ ਹੈ, ਉਹੀ ਕਿਸੇ ਭੇਟੇ ਜਿਹੇ ਸਵਾਲ ਹੁੰਦੇ ਨੇ। ਨਾ ਬਾਬਾ ਜੀ ਨਾ ਜਿਹੜੇ ਸੰਤ ਹੁੰਦੇ ਨੇ, ਬਾਬੇ ਵੀ ਖਾਲੀ ਹੁੰਦੇ ਨੇ, ਸੰਗਤ ਤਾਂ ਖਾਲੀ 100% ਹੈਗੀ। ਦਿਨ 'ਚ 50 ਤਰ੍ਹਾਂ ਦੀਆਂ ਠੱਗੀਆਂ ਕਰਦੇ ਨੇ, ਉੱਪਰੋਂ ਪਹਿਰਾਵਾ ਜਿਹੜਾ ਗੱਲਾਂ ਬਾਤਾਂ ਵਧੀਆ ਕਰਦੇ, ਹੱਥ ਜੋੜਦੇ ਨੇ, ਉਹ ਕੋਈ ਫਾਇਦਾ ਨਹੀਂ ਹੈ। ਸੋ ਜਿਹੜੇ ਪੂਰਨ ਸੰਤ ਹੁੰਦੇ ਨੇ ਉਹਨਾਂ ਦੀ ਪ੍ਰਾਇੋਰਟੀ ਕੀ ਹੁੰਦੀ ਹੈ ਕਿ ਭਜਨ ਸਿਮਰਨ ਕਰੋ, ਅੰਦਰਲੀ ਖੁਸ਼ੀ ਨੂੰ ਅਸੀਂ ਕਿਵੇਂ ਲੱਭਣਾ ਹੈ, ਪਰਮਾਤਮਾ ਨਾਲ ਮਿਲਾਪ ਕਿਵੇਂ ਕਰਨਾ ਹੈ। ਜਿਹੜੇ ਪਰਫੈਕਟ ਮਾਸਟਰ ਹੁੰਦੇ ਨੇ ਨਾ, ਉਹ ਬੜੀ ਮਿਹਨਤ ਕਰਦੇ ਨੇ। ਇਹ ਨਹੀਂ ਵੀ ਲੋਕਾਂ ਨੂੰ ਪ੍ਰਚਾਰ ਕਰਦੇ ਨੇ, ਉਹ ਖੁਦ ਮਿਹਨਤ ਕਰਦੇ ਨੇ। ਜਿਵੇਂ ਕਿ ਇੱਕ ਫਰੀਦ ਸਾਹਿਬ ਹੋਏ ਨੇ, ਸ਼ਕਰਗੰਜ ਖੋਰ ਫਰੀਦ ਵੀ ਹੋਏ ਨੇ, ਉਹਨਾਂ ਦੀ ਬੜੀ ਇੱਕ ਪਿਆਰੀ ਲਾਈਨ ਮੈਨੂੰ ਯਾਦ ਆ ਗਈ, ਫਰੀਦਾ ਫਕੀਰੀ ਦੂਰ ਹੈ, ਫਰੀਦਾ ਫਕੀਰੀ ਦੂਰ ਹੈ ਜੈਸੇ ਪੇੜ ਖੰਜੂਰ। ਖੰਜੂਰ ਦਾ ਜਿਹੜਾ ਦਰਖਤ ਹੁੰਦਾ ਬੜਾ ਉੱਚਾ ਹੁੰਦਾ ਨਾ, ਉਹਦੇ ਉੱਤੇ ਚੜ੍ਹਨਾ ਪੈਂਦਾ। ਚੜ ਜਾਏ ਤੋ ਚਾਖੇ ਪ੍ਰੇਮ ਰਸ ਵਰਨਾ ਚਕਨਾਚੂਰ। ਜਿਹੜਾ ਖੰਜੂਰ ਦੇ ਦਰਖਤ ਦੇ ਉੱਪਰ ਚੜ ਗਿਆ, ਖੰਜੂਰਾਂ ਮਿੱਠੀਆਂ ਖਾ ਲੂ, ਤੇ ਜਿਹੜਾ ਧਲਾਮਦ ਨੇ ਥੱਲੇ ਡਿੱਗਿਆ ਫਿਰ ਉਹਦੀ ਹੱਡੀ ਪਸਲੀ ਬਚਦੀ ਕੋਈ ਨਹੀਂ। ਸੋ ਇਹੀ ਫਕੀਰੀ ਦਾ, ਜਿੰਨਾ ਚਿਰ ਤੱਕ ਉਹ ਖੁਦ ਆਪ ਮਿਹਨਤ ਕਰਕੇ ਅੰਦਰ ਨਹੀਂ ਨਾ ਤਰੱਕੀ ਕਰਦੇ, ਉਹਨਾਂ ਚਿਰ ਤੱਕ ਉਹਨਾਂ ਨੇ ਸੰਗਤ ਨੂੰ ਵੀ ਉਹੋ ਜਿਹਾ ਪ੍ਰਚਾਰ ਕਰਨਾ, ਕਿਉਂਕਿ ਗੱਲ ਤਾਂ ਛੁਪੀ ਰਹਿੰਦੀ ਨਹੀਂ। ਜੋ ਕੁਛ ਅੰਦਰ ਹੋਊਗਾ ਉਹੀ ਬਾਹਰ ਹੋਊਗਾ, ਜਿੰਨੇ ਮਰਜ਼ੀ ਡਰਾਮੇ ਕਰ ਲਓ। ਜਿਹੜਾ ਸੰਤ ਮਹਾਂਪੁਰਸ਼ ਅੰਦਰ ਮਿਹਨਤ ਕਰਕੇ ਲੱਗਿਆ, ਉਹ ਤਾਂ ਹਮੇਸ਼ਾ ਪਿਆਰ ਦੀ ਗੱਲ ਕਰੂਗਾ। ਉਹਨਾਂ ਦੇ ਅੱਗੇ ਤਾਂ ਸੰਗਤ ਜਿਹੜੀ ਹੈਗੀ ਕੋਈ ਪੁੱਠੇ ਸਿੱਧੇ ਸਵਾਲ ਹੀ ਨਹੀਂ ਕਰਦੀ, ਕੋਈ ਹਾਸਾ ਮਖੌਲ ਦਾ ਸਵਾਲ ਹੀ ਨਹੀਂ ਕਰਦੀ। ਉਹ ਤਾਂ ਰੂਹਾਨੀਅਤ ਦੀ ਗੱਲ ਕਰਦੇ ਨੇ, ਉਹ ਰੂਹਾਨੀਅਤ ਦੇ ਨਾਲ ਜੋੜਦੇ ਨੇ। ਉਹਨਾਂ ਦੀ ਜਿਹੜੀ ਕਹਿਣੀ ਹੈ ਉਹ ਇੱਕੋ ਹੀ ਗੱਲ ਹੁੰਦੀ ਹੈ ਕਿ ਹਾਊ ਵੀ ਕੈਨ ਮਰਜ ਵਿਦ ਦ ਲਾਰਡ। ਤੀਸਰੀ ਗੱਲ ਹੁੰਦੀ ਹੈ ਕਿ ਸੰਤ ਸਤਿਗੁਰੂ ਜਿਹੜੇ ਹੁੰਦੇ ਨੇ ਨਾ, ਉਹ ਭੁੱਲ ਹੁੰਦੇ ਨੇ, ਕੋਈ ਭੁੱਲਾ ਨਹੀਂ ਕਰਦੇ। ਭੁੱਲਣ ਅੰਦਰ ਸਭ ਕੋ ਅਪੁੱਲ ਗੁਰੂ ਕਰਤਾਰ, ਉਹ ਗਲਤੀਆਂ ਨਹੀਂ ਕਰਦੇ। ਅਗਲੀ ਗੱਲ ਕੀ ਹੁੰਦੀ ਹੈ ਕਿ ਉਹਨਾਂ ਦੀਆਂ ਜਿਹੜੀਆਂ ਟੀਚਿੰਗਸ ਹੁੰਦੀਆਂ ਪਰਫੈਕਟ ਮਾਸਟਰ ਦੀਆਂ, ਇਟਸ ਆਲਵੇਜ਼ ਫ੍ਰੀ। ਜਿਵੇਂ ਸੂਰਜ ਦੀ ਜਿਹੜੀ ਗਰਮੀ ਹੈ, ਕਦੇ ਪੈਸੇ ਲੈਂਦਾ ਉਹ ਸਾਡੇ ਕੋਲੋਂ? ਜਿਹੜੀ ਗਵਰਨਮੈਂਟ ਦੁਨੀਆ ਦੇ ਕਿਤੇ ਚਲੇ ਜਾਓ, ਜਦੋਂ ਉਹ ਸਾਨੂੰ ਗਰਮੀ ਦਿੰਦੇ ਨੇ, ਹੀਟਿੰਗ ਦਿੰਦੇ ਨੇ ਜਾਂ 에ਅਰ ਕੰਡੀਸ਼ਨ ਲਗਾਉਂਦੇ ਨੇ, ਉਹਦਾ ਬਿੱਲ ਦੇਣਾ ਪੈਂਦਾ। ਪਰ ਸੂਰਜ ਕਦੇ ਵੀ ਉਹਦਾ ਅਸੀਂ ਕਦੇ ਬਿੱਲ ਨਹੀਂ ਦਿੱਤਾ। ਹਵਾ ਦੇ ਨਾਲ ਹਵਾ ਬੰਦ ਹੋ ਜੇ ਤੇ ਅਸੀਂ ਸਾਹ ਲੈਣਾ ਮੁਸ਼ਕਿਲ ਹੋਏ, ਇੱਥੇ ਢੇਰਾਂ ਦੇ ਢੇਰ ਲਾਸ਼ਾਂ ਹੋ ਜਾਣਗੀਆਂ। ਪਾਣੀ ਤੋਂ ਬਿਨਾਂ ਅਸੀਂ ਜਿਉਂਦੇ ਨਹੀਂ ਰਹਿ ਸਕਦੇ। ਇਹ ਸਾਰੀਆਂ ਚੀਜ਼ਾਂ ਜੇ ਫ੍ਰੀ ਨੇ ਨਾ, ਉਸੇ ਤਰ੍ਹਾਂ ਹੀ ਜਿਹੜੇ ਪੂਰਨ ਸੰਤ ਹੁੰਦੇ ਨੇ, ਉਹਨਾਂ ਦੀਆਂ ਜਿਹੜੀਆਂ ਟੀਚਿੰਗ ਹੁੰਦੀਆਂ ਹਮੇਸ਼ਾ ਫ੍ਰੀ ਹੁੰਦੀਆਂ ਨੇ। ਕਾਲ ਖਾਏ ਕੁਛ ਹੱਥੋਂ ਤੋਂ, ਜਿਵੇਂ ਕਿਹਾ ਮੈਂ, ਉਹ ਮੱਥੇ ਨਹੀਂ ਟਿਕਾਉਂਦੇ। ਮੱਥੇ ਕਿਵੇਂ ਕਿਹਦੇ? ਸੰਤ ਜਿਹੜੇ ਥੱਲੇ ਲੈਵਲ ਦੇ ਹੁੰਦੇ ਨੇ ਨਾ, ਨਕਲੀ ਕਹਿ ਲਓ, ਨਕਲੀ ਤਾਂ ਨਾ ਕਹੋ ਕਿਸੇ ਨੂੰ, ਜਿਹੜੇ ਮਤਲਬ ਉੱਪਰ ਨਹੀਂ ਪਹੁੰਚੇ ਹੁੰਦੇ, ਉਹ ਕਹਿੰਦੇ ਨੇ ਤੇਰਾ ਕੰਮ ਬਣ ਜੂ, ਤੂੰ 10,000 ਰੁਪਈਆ ਚੜਾ ਦੇ, ਤੈਨੂੰ ਵਿਦੇਸ਼ ਭੇਜ ਦਿੰਦੇ, ਆਈਲੈਟਸ ਦੇ ਐਗਜ਼ਾਮ ਕਰੀ ਹੋਣਗੇ, ਆਹ ਹੋ ਜਾਣਗੇ। ਉਹ ਪੈਸੇ ਬਟੋਰਦੇ ਨੇ। ਉਹਨਾਂ ਦੇ ਵੱਡੇ ਵੱਡੇ ਬਿਜ਼ਨਸਮੈਨ, ਇੰਡਸਟਰੀਅਲਿਸਟ, ਪੋਲੀਟੀਸ਼ੀਅਨ ਨਾ, ਉਹਨਾਂ ਦੇ ਚੇਲੇ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਵੀ ਇਹਨਾਂ ਦੇ ਮਗਰ ਸੰਗਤ ਬਹੁਤ ਹੈ, ਸੰਤ ਸਤਿਗੁਰੂ ਦੇ ਮਗਰ, ਤੇ ਉਹ ਵੋਟਾਂ ਲੈਣੀਆਂ, ਉਹਦੇ ਪਿੱਛੇ ਪਰਪਸ ਹੁੰਦਾ। ਜੇ ਕਿਸੇ ਨੇ ਨੌਕਰੀ ਦੀ ਟ੍ਰਾਂਸਫਰ ਕਰਾਉਣੀ, ਉਹ ਤਾਂ ਹੁੰਦੀ ਨਹੀਂ। ਉਹਨੂੰ ਪਤਾ ਵੀ ਸੰਤ ਜੀ ਦੇ ਚੀਫ ਮਿਨਿਸਟਰ ਨਾਲ, ਰਾਹੁਲ ਨਾਲ ਸੰਬੰਧ ਨੇ, ਭਗਵੰਤ ਮਾਨ ਨਾਲ ਨੇ, ਮੋਦੀ ਨਾਲ ਨੇ, ਅਮਿਤ ਸ਼ਾਹ ਦੇ ਨਾਲ ਨੇ, ਰਾਜਨਾਥ ਦੇ ਨਾਲ ਨੇ। ਆਲਾ ਕਹਿੰਦਾ ਉਦੋਂ ਕੰਮ ਲੈਣਾ, ਚਲੋ ਬਾਬੇ ਦੇ ਗੇੜੇ ਕੱਟ ਲਓ, ਬਾਬੇ ਨੂੰ ਪੈਸੇ ਚੜਾ ਦਿਓ, ਬਾਬਾ ਅੱਗੇ ਉਹਨੂੰ ਸਿਫਾਰਿਸ਼ ਕਰ ਦੂ, ਤੇ ਉਹ ਵੀ ਕਰ ਦਿੰਦੇ ਨੇ। ਗੱਲ ਨੂੰ ਪਤਾ ਵੀ ਇਹਨੇ ਸਾਨੂੰ ਕਿਹਾ। ਉਹ ਰਲ ਮਿਲ ਕੇ ਕੰਮ ਆਪਣਾ ਤੋਰੀ ਫੁਲਕਾ ਚਲਾਉਂਦੇ ਰਹਿੰਦੇ ਨੇ, ਪਰ ਰੂਹਾਨੀਅਤ ਉਹਨਾਂ ਦੇ ਪੱਲੇ ਕੁਝ ਨਹੀਂ ਹੁੰਦੀ। ਅਗਲੀ ਸੰਤ ਦੀ ਨਿਸ਼ਾਨੀ ਹੈ ਕਿ ਉਹਨਾਂ ਦਾ ਜਿਹੜਾ ਬਿਹੇਵੀਅਰ ਹੁੰਦਾ ਨਾ, ਐਟੀਟਿਊਡ ਜਿਹੜਾ ਹੁੰਦਾ ਨਾ, ਉਹ ਨਿਮਰਤਾ ਭਰਿਆ ਹੁੰਦਾ, ਹਿਊਮਿਲਿਟੀ ਹੁੰਦੀ ਹੈ। ਉਹ ਆਪਣੀ ਤਾਕਤ ਦੀ ਕਦੇ ਸ਼ੇਖ ਹੀ ਨਹੀਂ ਮਾਰਦੇ ਵੀ ਮੇਰੇ ਕੋਲੇ ਆ ਮੈਂ ਮੁੰਡੇ ਜੰਮ ਤੇ ਤੈਨੂੰ ਖੜੇ ਹੋ ਜਾਓ ਜੀ। ਖੜਾ ਹੋ ਕੇ ਸੰਗਤ ਚੋਂ ਕਹਿੰਦਾ ਜੀ ਮੈਨੂੰ ਤੁਸੀਂ ਸੱਚੇ ਪਾਤਸ਼ਾਹ ਸਤਿਗੁਰੂ ਜੀ, ਤੁਸੀਂ ਮੇਰੇ ਮੁੰਡਾ ਬਿਮਾਰ ਸੀ, ਤੁਸੀਂ ਬਿਮਾਰੀ ਠੀਕ ਕਰਤੀ, ਤੁਸੀਂ ਮੈਨੂੰ ਵਿਦੇਸ਼ 'ਚ ਭੇਜਤਾ, ਮੇਰੀ ਆਹ ਪ੍ਰੋਬਲਮ ਸੀ, ਉਹ ਪ੍ਰੋਬਲਮ, ਜੋ ਸ਼ੇਖ ਹੀ ਨਹੀਂ ਮਾਰਦੇ। ਉਹ ਜਿਵੇਂ ਦਰਖਤ ਦੀ ਟਾਹਣੀ ਦੇ ਨਾਲ ਜਦੋਂ ਫਲ ਲੱਗ ਜਾਂਦੇ ਨੇ, ਟਾਹਣੀ ਝੁਕ ਜਾਂਦੀ ਹੈ, ਇਸੇ ਤਰ੍ਹਾਂ ਜਿਹੜੇ ਪੂਰਨ ਸੰਤ ਸਤਿਗੁਰੂ ਹੁੰਦੇ ਨੇ, ਉਹ ਕਦੇ ਸ਼ੇਖ ਹੀ ਨਹੀਂ ਮਾਰਦੇ। ਪਰ ਜਿਹੜੇ ਪਖੰਡੀ ਸਾਧੂ ਹੁੰਦੇ ਨੇ, ਲੋਕਾਂ ਸਾਹਮਣੇ ਬਹੁਤ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਨੇ, ਪਰ ਜੇ ਕੋਈ ਸੰਗਤ ਦੇ ਵਿੱਚੋਂ ਖੜਾ ਹੋ ਕੇ ਕੋਈ ਕੌੜਾ ਸਵਾਲ ਕਰ ਲਵੇ ਨਾ, ਤਾਂ ਉਸ ਵਕਤ ਉਹ ਮੁਸਕਰਾਹਟ ਹੀ ਦਿੰਦੇ, ਸਮਾਈਲਿੰਗ ਦਿੰਦੇ ਨੇ, ਬੇਟਾ 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 ਕਰਦੇ ਨੇ, ਪਰ ਪਿੱਛੋਂ ਸੇਵਾਦਾਰਾਂ ਨੂੰ ਇਸ਼ਾਰਾ ਕਰ ਦਿੰਦੇ ਨੇ। ਘੜਮ ਚੌਧਰੀ ਜਿਹੜੇ ਉਹਨਾਂ ਦੇ ਹੁੰਦੇ ਨੇ ਪ੍ਰਬੰਧਕ, ਉਹਨਾਂ ਨੂੰ ਸਮਝਾ ਦਿੰਦੇ ਨੇ, ਤੇ ਉਸ ਵਿਅਕਤੀ ਦੀ ਜਾਂ ਸੇਵਾ ਬੰਦ ਕਰ ਦਿੰਦੇ ਨੇ, ਜਾਂ ਉਹਦਾ ਬੁਰਾ ਹਾਲ ਕਰਦੇ ਨੇ, ਉਹਦੀ ਨਿੰਦਿਆ ਚੁਗਲੀ ਕਰਕੇ ਉਹਨੂੰ ਬਦਨਾਮ ਕਰਦੇ ਨੇ। ਫਿਰ
ਉਹ ਜੇ ਬੰਦਾ ਜਿਹੜਾ ਕੋਈ ਸਵਾਲ ਸਿੱਧਾ ਸਟ੍ਰੇਟ ਪੁੱਛ ਲੇ, ਉਹਨਾਂ ਨੂੰ ਸਾਫ਼ ਪੁੱਛ ਲੇ, ਤੇ ਉਹਦੀ ਫਿਰ ਕਦੇ ਜ਼ਿੰਦਗੀ ਪਰ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਪੂਰੀ ਦੀ ਪੂਰੀ ਸੰਗਤ ਉਹਦੇ ਖਿਲਾਫ ਹੋ ਜਾਂਦੀ ਹੈ। ਈਵਨ ਇੱਥੇ ਤੱਕ ਵੀ ਉਹ ਸੰਤ ਜਿਹੜੇ ਡਰਾਮੇ ਵਾਲੇ ਹੁੰਦੇ ਨੇ, ਉਹ ਕਹਿੰਦੇ ਨੇ ਜੇ ਤੁਸੀਂ ਇਹਦੇ ਨਾਲ ਵਰਤਿਆ ਨਾ ਤੁਹਾਡਾ ਨੁਕਸਾਨ ਹੋਊਗਾ, ਉਹ ਸੰਗਤ ਨਾਲ ਮਿਲ ਵਰਤ ਨਹੀਂ ਚੜਾ ਦਿੰਦੇ ਨੇ। ਫਿਰ ਜਿਹੜਾ ਪੂਰਨ ਸਤਿਗੁਰੂ ਹੁੰਦਾ ਨਾ, ਉਹਦੀ ਕੋਈ ਸਪੈਸ਼ਲ ਡਰੈਸ ਨਹੀਂ ਹੁੰਦੀ। ਇਹ ਨਹੀਂ ਵੀ ਇੱਥੇ ਕਲਗੀ ਲਾਉਣੀ ਹੈ ਜਾਂ ਰੇਸ਼ਮੀ ਕੱਪੜੇ ਪਾਉਣੇ ਨੇ ਜਾਂ ਕੋਈ ਆਹ ਰੱਖਣਾ ਹੈ ਜਾਂ ਉਹ ਰੱਖਣਾ ਹੈ। ਪਹਿਰਾਵਾ ਬੜਾ ਸਿੰਪਲ ਹੁੰਦਾ। ਜਿਹੇ ਪਰਿਵਾਰ 'ਚ ਜੰਮਿਆ ਹੋਵੇ, ਜਿਹੇ ਦੇਸ਼ 'ਚ ਜੰਮਿਆ ਹੋਵੇ, ਉਸ ਤਰ੍ਹਾਂ ਦਾ ਸਿੰਪਲ ਪਹਿਰਾਵਾ। ਇਹ ਨਹੀਂ ਮੈਂ ਕਹਿੰਦਾ ਗੰਦੇ ਕੱਪੜੇ ਹੋਣ, ਸਾਫ਼ ਸੁਥਰੇ ਕੱਪੜੇ ਹੋਣ, ਪਰ ਬਾਹਲੇ ਕੱਪੜਿਆਂ ਦੀ ਕੀ ਲੋੜ ਨਹੀਂ। ਜ਼ਰੂਰੀ ਤਾਂ ਨਹੀਂ ਪੂਮਾ ਦੇ ਸ਼ੂਜ਼ ਪਾਉਣੇ ਨੇ ਤੇ ਕੋਈ ਕਲਗੀ ਰੱਖਣੀ ਹੈ ਤੇ ਵਧੀਆ ਕੋਈ ਮਹਿੰਗੇ ਕੱਪੜੇ ਪਾਉਣੇ ਨੇ, ਕੋਈ ਬ੍ਰਾਂਡਡ ਕੱਪੜੇ ਪਾਉਣੇ ਨੇ। ਸਿੰਪਲ ਤਰੀਕੇ ਨਾਲ ਰਹਿੰਦੇ ਨੇ, ਸਾਫ਼ ਰਹਿੰਦੇ ਨੇ। ਉਹਨਾਂ ਦਾ ਕੰਮ ਇਹ ਹੁੰਦਾ। ਫਿਰ ਇਹ ਵੀ ਗੱਲ ਹੈ ਵੀ ਉਹ ਆਪਣੇ ਸਰੀਰ ਨੂੰ ਕਸ਼ਟ ਨਹੀਂ ਦਿੰਦੇ ਵੀ ਭੁੱਖੇ ਰਹਿ ਗਏ, ਵਰਤ ਰੱਖ ਲਏ, ਧੁੱਪ ਦੇ ਮੂਹਰੇ ਖੜ ਗਏ, ਪੁੱਠੇ ਲੰਕ ਗਏ, ਹਾਂਜੀ ਇਹ ਕਰਕੇ। ਇਹ ਨਹੀਂ ਮੱਥੇ ਤੇ ਕੋਈ ਪਹਿਰਾਵਾ ਹੋਰ ਕਰ ਲਿਆ, 4 ਟਿੱਕੇ ਲਾ ਲਏ, 5 ਲਾ ਲਏ, ਬਾਂਹ ਤੇ ਫੜ ਲਿਆ, ਉਹ ਕਰ ਲਿਆ। ਪਖੰਡੀਬਾਜ਼ੀ ਨਹੀਂ, ਸਿੰਪਲ ਪਹਿਰਾਵਾ ਹੁੰਦੇ ਨੇ। ਉਹ ਮਹਿੰਗੀਆਂ ਕਾਰਾਂ ਦਾ ਸਫ਼ਰ ਨਹੀਂ ਕਰਦੇ, ਹਵਾਈ ਜਹਾਜ਼ ਨਹੀਂ ਰੱਖਦੇ, ਸਿੰਪਲ ਤਰੀਕੇ ਨਾਲ ਰਹਿੰਦੇ ਨੇ, ਦਾਲ ਫੁਲਕਾ ਖਾਂਦੇ ਨੇ ਤੇ ਠੀਕ ਠਾਕ ਹੈ ਕੰਮ। ਉਹਨਾਂ ਦੇ ਵੱਡੇ ਵੱਡੇ ਘਰ ਵੀ ਨਹੀਂ ਹੁੰਦੇ, ਡੇਰੇ ਵੱਡੇ ਵੱਡੇ ਨਹੀਂ ਹੁੰਦੇ, ਵਧੀਆ 에ਅਰ ਕੰਡੀਸ਼ਨ ਲੱਗੇ ਨੇ, ਵਧੀਆ ਸੋਫੇ ਰੱਖੇ ਨੇ, ਵਧੀਆ ਸੇਵਾਦਾਰ ਨੇ, ਜੇ ਨਹੀਂ ਹੁੰਦੇ। ਜਿਹੜਾ ਅਸਲੀ ਸੰਤ ਸਤਿਗੁਰੂ ਹੁੰਦਾ ਉਹ ਆਪਣਾ ਕੰਮ ਆਪ ਕਰਦਾ ਤੇ ਸਿੰਪਲ ਪਹਿਰਾਵੇ 'ਚ ਹੁੰਦਾ। ਫਿਰ ਕਹਿਣੀ ਕਰਨੀ ਉਹਨਾਂ ਦੀ ਇੱਕ ਹੁੰਦੀ ਹੈ। ਜੋ ਵੀ ਉਹ ਲੋਕਾਂ ਨੂੰ, ਸੰਗਤ ਨੂੰ ਟੀਚ ਕਰਦੇ ਨੇ, ਉਪਦੇਸ਼ ਦਿੰਦੇ ਨੇ, ਉਹਦੇ ਉੱਤੇ ਪਹਿਲਾਂ ਆਪ ਅਮਲ ਕਰਦੇ ਨੇ। ਜਿਵੇਂ ਬੜੇ ਵਾਰੀ ਇਹ ਐਗਜ਼ਾਮਪਲ ਲੋਕਾਂ ਨੇ ਸੁਣੀ ਹੈ ਕਿ ਕੋਈ ਬੱਚਾ, ਉਹਦੇ ਫੋੜੇ ਸੀਗੇ ਤੇ ਉਹਦੇ ਘਰ ਦੇ ਲੈ ਗਏ, ਸੁਣਿਆ ਸੀ ਵੀ ਉਹ ਫਲਾਣਾ ਸੰਤ ਹੈ, ਉਹਦੇ ਕੋਲੇ ਲੈ ਜਾਓ ਤੇ ਉਹਦੇ ਨਾਲ ਉਹ ਕੋਈ ਇਲਾਜ ਕਰ ਦੂਗਾ ਇਹਦਾ। ਉਹ ਜੋ ਸੰਤ ਕੋਲੇ ਲਗਾਏ, ਘਰਦਿਆਂ ਨੇ ਕਿਹਾ ਵੀ ਮਹਾਰਾਜ ਇਹਦੇ ਫੋੜੇ ਬਹੁਤ ਨਿਕਲੇ, ਦਵਾਈਆਂ ਬੜੀਆਂ ਖਾਧੀਆਂ ਤੇ ਇਹਦੇ ਫੋੜੇ ਨਹੀਂ ਹੁੰਦੇ, ਦੇਖੋ ਇਹਦਾ ਕੋਈ ਇਹਦਾ ਕਰੋ, ਵਿਚਾਰਾ ਬਹੁਤ ਦੁਖੀ ਹੁੰਦਾ। ਸੰਤ ਕਹਿੰਦੇ ਅਗਲੇ ਹਫ਼ਤੇ ਆ ਜਿਓ। ਉਹ ਜਦੋਂ ਅਗਲੇ ਹਫ਼ਤੇ ਆ ਗਏ, ਉਹ ਕਹਿੰਦਾ ਬੇਟਾ ਗੁੜ ਨਾ ਖਾਇਆ ਕਰ। ਉਹ ਘਰਦਿਆਂ ਨੂੰ ਆ ਗਿਆ ਗੁੱਸਾ, ਕਹਿੰਦੇ ਵੀ ਜੇ ਇੰਨੀ ਗੱਲ ਹੀ ਕਹਿਣੀ ਸੀ ਗੁੜ ਨਾ ਖਾਇਆ ਕਰੇ, ਤੂੰ ਪਿਛਲੇ ਹਫ਼ਤੇ ਕਹਿੰਦਾ ਸਾਨੂੰ 20 ਕਿਲੋਮੀਟਰ ਬੱਸ 'ਚ ਧੱਕੇ ਖਾਣ ਦੀ ਕੀ ਲੋੜ ਸੀ। ਜਦੋਂ ਇਹ ਗੱਲ ਗਈ ਸੰਤ ਨੂੰ, ਸੰਤ ਕਹਿੰਦਾ ਗੱਲ ਇਹ ਆ ਭਾਈ ਸਾਹਿਬ, ਜਦੋਂ ਤੁਸੀਂ ਪਿਛਲੇ ਹਫ਼ਤੇ ਆਏ ਸੀ ਉਦੋਂ ਮੈਂ ਵੀ ਗੁੜ ਖਾਂਦਾ ਸੀ, ਪਹਿਲਾਂ ਮੈਂ ਆਪਣਾ ਗੁੜ ਖਾਣਾ ਬੰਦ ਕੀਤਾ ਤੇ ਅੱਜ ਮੈਂ ਤਾਂ ਕਿਹਾ। ਸੋ ਜੋ ਕੁਛ ਉਹ ਦੂਜਿਆਂ ਨੂੰ ਉਪਦੇਸ਼ ਕਰਦੇ ਨੇ ਨਾ, ਉਹ ਆਪ ਉਹਦੇ ਉੱਤੇ ਅਮਲ ਕਰਦੇ ਨੇ। ਫਿਰ ਪੂਰਨ ਸੰਤ ਜਿਹੜੇ ਹੁੰਦੇ ਨੇ, ਉਹਨਾਂ ਦਾ ਕਰੈਕਟਰ, ਇਖਲਾਕ ਬੜਾ ਉੱਚਾ ਤੇ ਸੁੱਚਾ ਹੁੰਦਾ। ਆਪਣੀ ਵਾਈਫ ਤੋਂ ਬਿਨਾ ਜਿੰਨੀਆਂ ਵੀ ਛੋਟੀ ਉਮਰ ਦੀਆਂ ਨੇ ਜਾਂ ਵੱਡੀ ਉਮਰ ਦੀਆਂ ਨੇ, ਉਹਨੂੰ ਆਪਣੀਆਂ ਧੀਆਂ ਤੇ ਮਾਵਾਂ ਦਿਲੋਂ ਸਮਝਦੇ ਨੇ। ਸਟੇਜ ਤੇ ਤਾਂ ਸਾਰਿਆਂ ਨੂੰ ਬੇਟੀ 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 ਕਰੀ ਜਾਂਦੇ ਨੇ, ਜਿੰਨੇ ਵੀ ਪਖੰਡੀ ਸਾਧੂ ਨੇ, ਪਰ ਅੰਦਰੋਂ ਕੁਝ ਹੋਰ ਹੁੰਦੇ ਨੇ। ਦੇਖ ਲਓ ਜਿਹੜੇ ਪਖੰਡ ਕਰਦੇ ਨੇ, ਉੱਪਰੋਂ ਕਹਿੰਦੇ ਨੇ ਉਹ ਅੰਦਰ ਖਾਤੇ ਸੈਕਸ ਦੇ ਵਿੱਚ ਇਨਵੋਲਵ ਨੇ। ਇੰਡੀਆ ਦੇ ਵਿੱਚ ਜਿਵੇਂ ਹੁਣ ਤੁਸੀਂ ਦੇਖ ਲਓ, ਇੰਡੀਆ ਦੀ ਜਿਹੜੀ ਜੇਲ੍ਹ ਹੈ ਉਹਦੇ ਵਿੱਚ 3 ਰਾਮ ਕਿਹੜੇ ਕਿਹੜੇ? ਰਾਮ ਰਹੀਮ, ਆਸਾ ਰਾਮ, ਰਾਮਪਾਲ। ਤਿੰਨੇ ਜੇਲ੍ਹ ਦੇ ਵਿੱਚ 8 ਫੁੱਟ ਦੀਆਂ ਚੱਕੀਆਂ ਰਗੜਦੇ ਨੇ, ਘਾਹ ਨੂੰ ਪਾਣੀ ਦਿੰਦੇ ਨੇ, ਬੂਟਿਆਂ ਨੂੰ ਲਾਉਂਦੇ ਨੇ, ਪਰ ਬਾਹਰ ਉਹਨਾਂ ਦੀਆਂ ਹਜ਼ਾਰਾਂ ਲੱਖਾਂ ਸੰਗਤ ਹੈ ਜਿਹੜੇ ਕਹਿੰਦੇ ਨੇ ਇਹ ਤਾਂ ਰੱਬ ਦਾ ਰੂਪ ਹੀ ਨੇ। ਬੇਟਾ ਕਰਦੇ ਨੇ, ਟਾਰਚ ਮਾਰ ਕੇ ਸੇਵਾਦਾਰ ਨੂੰ ਸਮਝਾਉਂਦੇ ਵੀ ਉਹ ਕੁੜੀ ਦੀ ਲਾਈਟ ਪਈ ਹੈ, ਲਿਆਓ ਇਹਦੀ ਮੇਰੀ ਸੇਵਾ ਦੇ ਵਿੱਚ। ਤੇ ਕਰਨੇ ਉਹਨਾਂ ਨੇ ਗਲਤ ਕੰਮ ਨੇ, ਸੈਕਸੁਅਲ ਐਕਟੀਵਿਟੀ 'ਚ ਇਨਵੋਲਵ ਨੇ। ਇਸ ਕਰਕੇ ਉਹਨਾਂ ਨੂੰ ਬਕਾਇਦਾ ਜੇਲ੍ਹ ਹੋਈ ਹੈ। ਮੈਂ ਤਾਂ ਨਾਂ ਲਏ ਨੇ ਕਿਉਂਕਿ ਇਟ ਹੈਜ਼ ਬੀਨ ਪ੍ਰੂਵਡ ਇਨ ਦ ਸੁਪਰੀਮ ਕੋਰਟ। ਉੱਥੋਂ ਦੀ ਕੋਰਟ ਨੇ ਸਜ਼ਾ ਦਿੱਤੀ ਹੈ, ਨਹੀਂ ਤਾਂ ਅਦਰਵਾਈਜ਼ ਸਾਡਾ ਕੋਈ ਰਾਈਟ ਨਹੀਂ ਸੀਗਾ ਉਹਨਾਂ ਨੂੰ ਕਰਨ ਦੀ। ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਛਲ ਯੁੱਗ ਪਹਿਚਾਨ ਕਰਨੀ ਬਹੁਤ ਮੁਸ਼ਕਿਲ ਹੈ। ਜੇ ਕਲਯੁਗ ਹੋਵੇ ਨਾ, ਕਲਯੁਗ 'ਚ ਤਾਂ ਪਤਾ ਹੁੰਦਾ ਵੀ ਆਹ ਦੋਸਤ ਆ, ਦੁਸ਼ਮਣ ਆ, ਚੰਗਾ ਕੰਮ ਕਰਦਾ, ਮਾੜਾ ਕਰਦਾ। ਪਰ ਜਿਹੜਾ ਅੱਜ ਦਾ ਨਵਾਂ ਹੀ ਯੁੱਗ ਸ਼ੁਰੂ ਹੋ ਗਿਆ ਨਾ, ਛਲ ਯੁੱਗ, ਇਹਦੇ ਵਿੱਚ ਪਹਿਚਾਨ ਕਰਨੀ ਬਹੁਤ ਮੁਸ਼ਕਿਲ ਹੈ। ਜਿਹੜੀ ਅਸਲੀ ਹੈ ਉਹ ਕਈ ਵਾਰੀ ਸਾਨੂੰ ਨਕਲੀ ਲੱਗਦੀ ਹੈ ਤੇ ਜਿਹੜੀ ਨਕਲ ਹੁੰਦੀ ਹੈ ਉਹ ਅਸਲ ਹੁੰਦੀ ਹੈ, ਕੋਈ ਪਤਾ ਨਹੀਂ ਲੱਗਦਾ। ਆ ਬਿੱਲੂ ਰਾਮ ਦੀ ਮੈਂ ਪਿਛਲੇ ਹਫ਼ਤੇ ਪੜ੍ਹ ਰਿਹਾ ਸੀ। ਬਿੱਲੂ ਰਾਮ ਨੂੰ ਜਲੇਬੀ ਬਾਬਾ ਵੀ ਕਹਿੰਦੇ, ਜਲੇਬੀ ਹੁੰਦੀ ਹੈ ਨਾ ਖਾਣ ਵਾਲੀ, ਜਲੇਬੀ ਬਾਬਾ, ਉਹਨੂੰ 14 ਸਾਲ ਦੀ ਸਜ਼ਾ ਹੋਈ ਹੈ। 2 ਨਾਬਾਲਗ ਛੋਟੀਆਂ ਕੁੜੀਆਂ ਨਾਲ ਰੇਪ ਕਰਦਾ ਫੜਿਆ ਗਿਆ। ਆ ਸਵਾਮੀ ਨਿਤਿਆਨੰਦ ਗੂਗਲ ਤੇ ਜਾਓ, 10,000 ਕਰੋੜ ਰੁਪਏ ਦਾ ਮਾਲਕ ਹੈ, 1977 'ਚ ਜੰਮਿਆ, ਯੰਗ ਹੀ ਹੈ। ਆ ਜਿਹੜੀ ਆਪਣੀ ਫਿਲਮ ਐਕਟਰਸ ਰਣਜੀਤ ਹੈ, ਮੈਂ ਤਾਂ ਨਾਂ ਲੈ ਰਿਹਾ, ਮੈਨੂੰ ਕੋਈ ਫਰਕ ਨਹੀਂ ਕੋਰਟ 'ਚ ਮੈਨੂੰ ਸੂ ਕਰਨਾ, ਕਿਉਂਕਿ ਕੋਰਟ ਦੇ ਵਿੱਚ ਪ੍ਰੂਫ ਹੋਈਆਂ ਨੇ ਗੱਲਾਂ। ਜਿਹੜੀ ਐਕਟਰਸ ਰਣਜੀਤਾ ਹੈ, ਉਹਦੇ ਨਾਲ ਉਹ ਵੀਡੀਓ ਬਣਾਉਂਦਾ, ਜਿਹਨੇ ਗਲਤ ਐਕਟੀਵਿਟੀ ਕਰਦਾ ਸੀਗਾ, ਕੰਪਿਊਟਰ ਹੋ ਗਿਆ ਬੰਦ। ਮੇਰੇ ਵਰਗਾ ਅਣਜਾਣ ਸੀ, ਕੰਪਿਊਟਰ ਠੀਕ ਕਰਾਉਣ ਲਈ ਭੇਜਿਆ ਦੁਕਾਨ ਤੇ, ਉਹ ਦੁਕਾਨ ਨਾਲ ਨੇ ਕੱਢ ਲਈਆਂ ਤੇ ਉਹਨੇ YouTube ਤੇ ਪਾ ਦੀਆਂ, ਤਾਂ ਫੜਿਆ ਗਿਆ ਤੇ ਉੱਥੋਂ ਭੱਜ ਕੇ ਅੱਜ ਕੱਲ
ਇਹ ਕੈਲਾਸ਼ ਆਈਲੈਂਡ ਇਹਨੇ ਆਪਣਾ ਬਣਾ ਲਿਆ, ਆਈਲੈਂਡ ਹੀ ਖਰੀਦ ਲਿਆ। ਜਿਵੇਂ ਛੋਟੇ ਛੋਟੇ ਆਈਲੈਂਡ ਨੇ, ਜਿਵੇਂ ਆਪਾਂ ਸੇਂਟਸ ਕਹਿ ਦਿਓ, ਸੇਂਟ ਨੇਵਿਸ ਕਹਿ ਦਿਓ, ਸੇਂਟ ਪਾਲ ਮਾਰਟਨ ਕਹਿ ਦਿਓ, ਜੋ ਕੁਝ ਵੀ ਕਹਿ ਦਿਓ, ਇਹਨੇ ਆਸਟ੍ਰੇਲੀਆ ਦੇ ਕੋਲੇ ਆਈਲੈਂਡ ਹੀ ਖਰੀਦ ਲਿਆ। ਉੱਥੇ ਆਪਣਾ ਕਰੰਸੀ ਚਲਾਉਂਦਾ ਤੇ ਉੱਥੇ ਲੋਕ, ਮੈਨੂੰ ਨਹੀਂ ਪਤਾ ਕਿੰਨੇ, ਈਵਨ ਯੂਐਨਓ ਦੀ ਕਿਸੇ ਕਮੇਟੀ ਦੇ ਵਿੱਚ ਵੀ ਆਪਣੀ ਆਈਡੀ ਹੈਗੀ, ਉਹਦੀ ਮਾਨਤਾ ਦਿੱਤੀ ਵੀ ਹੈ। ਐਕਚੁਅਲ ਤਾਮਿਲਨਾਡੂ ਦੇ ਵਿੱਚ ਰਾਜਸ਼ੇਖਰਨ ਬੱਚਾ ਸੀਗਾ, ਇਹ ਕਹਿੰਦਾ ਮੈਂ ਸ਼ਿਵਜੀ ਦਾ ਅਵਤਾਰ ਹਾਂ, ਉਸ ਤਰ੍ਹਾਂ ਦੇ ਕੱਪੜੇ, ਉਹ ਸੰਖ ਤਰਸ਼ੂਲ ਵੀ ਰੱਖਦਾ, ਹੋਰ ਵੀ ਰੱਖਦਾ, ਅੰਨਿਆਂ ਨੂੰ ਕਹਿੰਦਾ ਮੈਂ ਅੱਖਾਂ ਵੀ ਦੇ ਦਿੰਦਾ। ਇਹ ਉਹ ਦਾਵਾ ਕਰਦਾ, ਮੈਨੂੰ ਨਹੀਂ ਪਤਾ ਮਿਲੀਆਂ ਕਿ ਨਹੀਂ ਮਿਲੀਆਂ। ਇਸ ਤਰ੍ਹਾਂ ਦੇ ਪਖੰਡੀ ਸਾਧੂ ਵੀ ਨੇ। ਆ ਨਿਰਮਲ ਬਾਬਾ ਜੀ ਦੇਖ ਲਓ ਟੀਵੀ ਤੇ, ਉਹ ਕੋਈ ਵੀ ਬਿਮਾਰੀ ਹੁੰਦੀ ਹੈ ਉਹ ਕਹਿੰਦਾ ਚਟਨੀ ਖਾਇਆ ਕਰੋ, ਗੋਲ ਗੱਪੇ ਖਾਇਆ ਕਰੋ, ਇੱਥੇ ਪਾਣੀ ਪੀ ਲਓ, ਹੋਰ ਕਰ ਲਓ। ਉਹਦੇ ਉੱਤੇ ਕੋਰਟ ਨੇ ਫੈਸਲਾ ਕੀਤਾ ਵੈ ਵੀ ਇਹਨੇ ਬਹੁਤ ਵੱਡੀ ਪੈਸਿਆਂ ਦੀ ਚੀਟਿੰਗ ਕੀਤੀ ਹੈ। ਆ ਸਵਾਮੀ ਸਚਿਦਾਨੰਦ, ਮੈਂ ਗੂਗਲ ਦੇ ਉੱਤੇ ਪੜ੍ਹੀਆਂ, ਮੈਂ ਉਹਨਾਂ ਨੂੰ ਮਿਲਿਆ ਨਹੀਂ। ਸਵਾਮੀ ਸਚਿਦਾਨੰਦ ਡਿਸਕੋ ਬਾਬਾ ਕਹਿੰਦੇ ਨੇ ਸ਼ਰਾਬ ਦਾ ਬਹੁਤ ਵੱਡਾ ਵਪਾਰੀ ਹੈ, ਕਰੋੜਾਂ ਰੁਪਏ ਬਣਾਏ ਦੇ ਤੇ ਕੇਸ ਹੈ। ਇੱਕੋ ਜਨਾਨੀ ਲਾਲ ਜਿਹੇ ਕੱਪੜੇ ਪਾਈ ਫਿਰਦੀ ਹੁੰਦੀ, ਉਹ ਵੀ ਸੰਤ, ਉਹਦੇ ਵੀ ਲੱਖਾਂ ਪੈਰੋਕਾਰ ਨੇ। ਜੇ ਉਹ ਜਾਂ ਜਿਸ ਤਰ੍ਹਾਂ ਪ੍ਰੋਗਰਾਮ ਕਰਦਾ, ਹੋਪਫੁਲੀ ਮੈਨੂੰ ਕੁਝ ਕਹਿਣਗੇ ਨਹੀਂ, ਉਹਨਾਂ ਦਾ ਕੀ ਪਤਾ, ਜੇ ਆਵਾਜ਼ ਸੁਣੇ ਤੇ ਮੇਰੇ ਮਗਰ ਪਾ ਦੇਣ ਤੇ ਮੈਂ ਅਗਲੇ ਵੀਕ ਪ੍ਰੋਗਰਾਮ ਨਾ ਕਰ ਸਕਿਆ। ਪਰ ਇਹ ਗੱਲਾਂ ਸਾਰੀਆਂ ਪ੍ਰੂਵ ਹੋਈਆਂ, ਉਹਨਾਂ ਦਾ ਹੀ ਨਾਮ ਲੈ ਰਿਹਾ। ਰਾਧੇ ਮਾਂ ਹੈ ਉਹਦਾ ਨਾਮ, ਲਾਲ ਕੱਪੜੇ ਪਾਉਂਦੀ ਹੈ, ਗੋਦੀ ਚੜ੍ਹ ਕੇ ਹੁੰਦੀ ਹੈ ਮੁੰਡਿਆਂ ਦੇ, ਕੰਮ ਸਭ ਪੁੱਠੇ ਸਿੱਧੇ ਕਰਨੇ ਆ। ਸੋ ਕਬੀਰ ਸਾਹਿਬ ਨੇ ਉਹਨਾਂ ਪਖੰਡੀ ਗੁਰੂਆਂ ਦੇ ਬਾਰੇ ਕਿਹਾ, ਜਿਸ ਗੁਰੂ ਤੇ ਭਰਮ ਨਾ ਮਿਟੇ, ਤੁਹਾਡੇ ਸ਼ੰਕੇ ਦੂਰ ਨਾ ਹੋਣ, ਜਿਸ ਗੁਰੂ ਤੇ ਭਰਮ ਨਾ ਮਿਟੇ, ਪ੍ਰਾਂਤੀ ਸ਼ੱਕ, ਪ੍ਰਾਂਤੀ ਜੀਵ ਕੀ ਨਾ ਜਾਏ, ਸੋ ਗੁਰੂ ਝੂਠਾ ਜਾਣੀਏ, ਤਿਆਗ ਦੇ ਨਾ ਲਾਏ। ਕਹਿੰਦੇ ਕਬੀਰ ਸਾਹਿਬ ਕਹਿੰਦੇ ਜਿਹਦੇ ਨਾਲ ਤੁਹਾਡੇ ਡਾਊਟ ਹੀ ਨਹੀਂ ਕਲੀਅਰ ਹੋ ਕਰਦਾ, ਕੋਈ ਗੁਰੂ ਤੁਹਾਡੇ ਡਾਊਟ ਕਲੀਅਰ ਨਹੀਂ ਕਰਦਾ, ਉਹ ਝੂਠਾ ਹੈ। ਤੇ ਉਹ ਜੇ ਝੂਠਾ ਹੈ ਉਹਨੂੰ ਫਟਾਫਟ ਛੱਡ ਦਿਓ, ਉਹਦੇ ਮਗਰ ਨਾ ਲੱਗੋ ਵੀ ਸੰਗਤ ਇੰਨੀ ਲੱਗੀ ਵੀ ਹੈ, ਮੈਨੂੰ ਕੀ ਕਹਿਣਗੇ, ਉਹ ਦਰਸ਼ਨ ਕਰਨ ਜਾਣਾ, ਆਪਾਂ ਸੇਵਾ ਕਰਨ ਜਾਣੀ, ਉਹ ਵੀ ਜਾਂਦੇ ਨੇ, ਮੈਂ ਵੀ ਜਾਂਦੇ। ਹਾਂ, ਪਿੱਛੇ ਪਰਪਸ ਵੀ ਹੁੰਦਾ। ਪਰਪਸ ਇਹ ਹੁੰਦਾ ਵੀ ਆਪਾਂ ਜਾਂਦੇ ਹਾਂ ਉੱਥੇ ਆਪਣਾ ਬਿਜ਼ਨਸ ਕਾਰਡ ਦੇ ਦਿਆਂਗੇ ਜੀ, ਮੈਂ ਤਾਂ ਰੀਅਲ ਸਟੇਟ ਦਾ, ਮੈਂ ਮੌਰਗੇਜ ਵੇਚਦਾ ਜੀ, ਹਾਂਜੀ ਮੈਂ ਲਾਇਰ ਹਾਂ ਜੀ, ਮੈਂ ਫਲਾਣਾ ਜੀ, ਧਮਕਾ ਵੀ ਬਿਜ਼ਨਸ ਮਿਲੂਗਾ, ਉੱਥੇ ਹੱਥ ਜੋੜ ਕੇ। ਉਹਨਾਂ ਦੇ ਪਿੱਛੇ ਡਿਫਰੈਂਟ, ਉਹ ਵੀ ਸੰਗਤ ਵੀ ਠੱਗੀ ਹੈ। ਇੱਕ ਗੱਲ ਯਕੀਨ ਹੀ ਨਹੀਂ ਕਰਦੇ, ਦੇਣ ਵਾਲਾ ਪਰਮਾਤਮਾ ਜਿਹਨੇ ਬਰਕਤ ਪਾਉਣੀ ਹੈ ਕਮਾਈ ਚ ਉਹਨੇ ਦੇਣੀ ਹੈ। ਤੁਸੀਂ ਆਪ ਝੂਠੇ ਫਰੇਬ ਕਰਕੇ ਸੇਵਾ ਤੇ ਜਾ ਕੇ ਕਾਰਡ ਵੰਡ ਕੇ ਆਪ ਲੋਕਾਂ ਨਾਲ ਲਿੰਕ ਬਣਾਉਣੇ ਹੋ ਵੀ ਤਾਂ ਕਿ ਸਾਨੂੰ ਪੈਸੇ ਮਿਲੇ, ਕਿੰਨੇ ਕੁ ਮਿਲ ਜਾਣਗੇ? 50 ਤਰ੍ਹਾਂ ਦੀਆਂ ਤੁਹਾਨੂੰ ਬਿਮਾਰੀਆਂ ਇਹੋ ਜਿਹੇ ਹੇਰਾ ਫੇਰੀ ਚ ਲੱਗ ਜਾਣਗੀਆਂ, ਕੋਈ ਜਨਾਨੀ ਨਾਲ ਹੀ ਲੜਾਈ ਹੋ ਜੂ, ਖੀਰ ਚ ਰੋਵੋਗੇ। ਜਿੰਨਾ ਚਿਰ ਤੱਕ ਅਸੀਂ ਮਨ ਦਿਲ ਕਾ ਹੁਜਰਾ ਸਾਫ਼ ਕਰ ਜਾਣਾ ਕੇ ਆने के लिए, ध्यान गैरों का उठा उसके बिठाने के लिए, ਇਹ ਗੱਲਾਂ ਕਹਿਣ ਦੀਆਂ ਗੱਲਾਂ ਜਿੰਨਾ ਚਿਰ ਤੱਕ ਸਾਡੀ ਜਿਹੜੀ ਰਹਿਣੀ ਤੇ ਸੋਚਣੀ ਹੈ ਕਲੀਅਰ ਨਹੀਂ ਹੁੰਦੀ। ਜਦੋਂ ਸਾਡੀ ਰਹਿਣੀ ਹੋਰ ਤਰ੍ਹਾਂ ਦੀ ਹੈ ਤੇ ਸੋਚਣੀ ਸਾਡੀ ਹੋਰ ਤਰ੍ਹਾਂ ਦੀ ਹੈ, ਤੇ ਫਿਰ ਤੁਸੀਂ ਸੋਚਦੇ ਹੋ ਕਿ ਪਰਮਾਤਮਾ ਦਾ ਸਾਨੂੰ ਕੋਈ ਡਰ ਹੀ ਨਹੀਂ ਹੈ, ਤੁਹਾਡੇ ਗੁਰੂ ਦਾ ਕੋਈ ਤੁਹਾਨੂੰ ਡਰ ਹੀ ਨਹੀਂ। ਜੇ ਸੱਚਾ ਗੁਰੂ ਉਹਦਾ ਡਰ ਹੋਣਾ ਚਾਹੀਦਾ ਤੁਹਾਨੂੰ, ਤੇ ਫਿਰ ਕਿਉਂ ਹੇਰਾ ਫੇਰੀਆਂ ਕਰਦੇ ਹੋ, ਝੂਠ ਫਰੇਬ ਕਰਦੇ ਹੋ? ਇੱਕ ਸੇਵਾ ਦੀ ਆੜ ਦੇ ਵਿੱਚ ਲੈ ਕੇ ਤੁਸੀਂ ਆਪਣਾ ਬਿਜ਼ਨਸ ਨੂੰ ਕਾਮਯਾਬ ਕਰਦੇ ਹੋ। ਦੇਣ ਵਾਲਾ ਉਹ ਹੋਇਆ, ਤੁਸੀਂ ਕਰਕੇ ਦੇਖ ਲਓ। ਬਿਲਕੁਲ ਨਾ ਕਾਟ ਦਿਓ, ਬਿਲਕੁਲ ਨਾ ਡੀਲ ਕਰੋ, ਲੋਕਾਂ ਨਾਲ ਡੀਲ ਕਰੋ। ਜੇ ਤੁਸੀਂ ਸੱਚੇ ਸੁੱਚੇ ਹੋ, ਹੇਰਾ ਫੇਰੀ ਨਹੀਂ ਕਰਦੇ, ਝੂਠ ਫਰੇਬ ਨਹੀਂ ਕਰਦੇ, ਇਮਾਨਦਾਰੀ ਨਾਲ ਕਰਦੇ ਹੋ, ਪਰਮਾਤਮਾ ਆਪੀ ਬਰਕਤ ਪਾਊਗਾ। ਉੱਥੇ ਡੇਰਿਆਂ 'ਚ ਜਾ ਕੇ ਸੇਵਾ ਕਰਨ ਨਾਲ ਤਾਂ ਤੁਹਾਨੂੰ ਕੁਝ ਨਹੀਂ ਮਿਲਣਾ, ਨਾ ਤੁਹਾਨੂੰ ਕੁਝ ਮਿਲਣਾ, ਨਾ ਕੋਈ ਦੇਣ ਵਾਲੇ ਨੇ ਕੁਝ ਲੈਣਾ, ਕਿਉਂਕਿ ਉਹਦੇ ਅੱਗੇ ਲਿੰਕ ਨੇ, ਤੁਹਾਡਾ ਉਹਦੇ ਨਾਲ ਲਿੰਕ ਹੈ। ਬਸ ਇਸ ਤਰ੍ਹਾਂ ਕੰਮ ਚਲਾਈ ਜਾਂਦੇ। ਕਿਹਾ ਸੀ ਨਾ, ਪੀਰ ਮਿਲਿਆ ਜੇ ਪੀੜ ਨਾ ਜਾਵੇ, ਜੇ ਦੁੱਖ ਤਕਲੀਫ ਨਹੀਂ ਨਾ ਦੂਰ ਹੁੰਦੀ ਆਪਣੀ, ਪੀਰ ਮੈਨੇ ਮੁਰਸ਼ਦ, ਕਾਮਲ ਮੁਰਸ਼ਦ, ਪੀਰ ਮਿਲਿਆ ਜੇ ਪੀੜ ਨਾ ਜਾਵੇ, ਉਸ ਪੀਰ ਨੂੰ ਕੀ ਕਰਨਾ ਹੂ, ਮੁਰਸ਼ਦ ਮਿਲਿਆ ਚੈਨ ਨਾ ਮਨ ਨੂੰ, ਉਸ ਮੁਰਸ਼ਦ ਦਾ ਕਰਨਾ ਹੂ, ਉਸ ਮੁਰਸ਼ਦ ਦਾ ਕੀ ਕਰਨਾ ਹੂ। ਪੂਰਨ ਸੰਤ ਜਿਹੜੇ ਹੁੰਦੇ ਨੇ ਨਾ, ਉਹ ਜਸਟ ਲਾਈਕ ਏ ਕੈਂਡਲ, ਮੋਮਬੱਤੀ ਦੀ ਤਰ੍ਹਾਂ ਹੁੰਦੇ ਨੇ। ਜਿਸ ਤਰ੍ਹਾਂ ਮੋਮਬੱਤੀ ਆਪ ਜਗਦੀ ਹੈ ਦੂਜਿਆਂ ਨੂੰ ਰੋਸ਼ਨ ਦੇਣ ਦੇ ਲਈ, ਆਪਣਾ ਸਾਰਾ ਖਾਲੀ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਜਿਹੜੇ ਪੂਰਨ ਸੰਤ ਹੁੰਦੇ ਨੇ ਨਾ, ਉਹ ਦੂਸਰਿਆਂ ਦੇ ਭਲਾਈ ਦੇ ਲਈ ਆਪਣੇ ਆਪ ਦੇ ਉੱਤੇ ਕਸ਼ਟ ਸਹਿੰਦੇ ਨੇ। ਜਿਵੇਂ 9ਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਨੇ ਚਾਂਦਨੀ ਚੌਕ ਦੇ ਵਿੱਚ ਆਪਣਾ ਸੀਸ ਦਿੱਤਾ ਸੀ, ਪਰ ਜਿਹੜੇ ਪਖੰਡੀ ਬਾਬੇ ਹੁੰਦੇ ਨੇ ਆਪਣੀ ਸੰਗਤ ਨੂੰ ਮਿਸਯੂਜ਼ ਕਰਦੇ ਨੇ। ਵੱਡੇ ਵੱਡੇ ਪੋਲੀਟੀਸ਼ੀਅਨ ਨੂੰ ਵੋਟਾਂ ਦਾ ਝਾਂਸਾ ਦੇ ਕੇ ਆਪਣੇ ਨਜਾਇਜ਼ ਕੰਮ ਕਰਾਉਂਦੇ ਨੇ ਵੀ ਆਹ ਜ਼ਮੀਨ ਸਾਨੂੰ ਦੇ ਦਿਓ, ਉਹ ਦੇ ਦਿਓ, ਤੇ ਉਹ ਪੋਲੀਟੀਸ਼ੀਅਨ ਆਉਂਦਾ ਸਾਨੂੰ ਵੋਟਾਂ ਦਿਵਾਉਣਗੇ। ਇਹਨਾਂ ਦੇ ਪਿੱਛੇ ਇੰਨੀ ਸੰਗਤ ਹੈ, ਨਾ ਲੋਕਾਂ ਨੇ ਵੋਟਾਂ ਪਾਉਣੀਆਂ ਹੁੰਦੀਆਂ, ਨਾ ਬਾਬੇ ਨੇ ਕੰਮ ਕਰਾਉਣਾ, ਸਭ ਬਸ ਝੂਠ ਫਰੇਬ ਦੀ ਦੁਕਾਨਦਾਰੀ ਚੱਲੀ ਜਾਂਦੀ ਹੈ। ਇਹ ਪਖੰਡੀ ਬਾਬੇ ਲੋਕਾਂ ਨੂੰ ਭੜਕਾ ਕੇ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਪੈਦਾ ਕਰਦੇ ਨੇ। ਜੇ ਕੋਈ ਸੱਚੀ ਗੱਲ ਹੋਵੇ ਵੀ ਸਾਡੇ ਫਲਾਣੇ ਸੰਤ ਨੇ ਜ਼ਮੀਨ ਦੱਬ ਲਈ, ਉਹ ਕੋਈ ਭੁੱਖ ਹੜਤਾਲ ਤੇ ਬੈਠਾ, ਤੁਹਾਡੀ ਸੰਗਤ ਨੂੰ ਭੜਕਾ ਕੇ ਉਹਨਾਂ ਦੇ ਕੋਟਾਪਾ ਚੜਵਾ ਆਉਂਦੇ ਨੇ। ਪੂਰਨ ਸੰਤਾਂ ਦੀ ਜੀਭ ਉੱਤੇ ਪਰਮਾਤਮਾ ਦਾ ਵਾਸ ਹੁੰਦਾ ਹੈ। ਜੋ ਵੀ ਉਹ ਕਹਿ ਦੇਣ ਜਾਂ ਅਚਾਨਕ ਮੂੰਹ ਚੋਂ ਨਿਕਲ ਜਾਵੇ ਨਾ, ਉਹ ਪੱਥਰ ਦੀ ਲਕੀਰ ਵਾਂਗੂ ਜ਼ਰੂਰ ਸੱਚਾ ਹੁੰਦਾ ਹੈ, ਕਿਉਂਕਿ ਉਹਨਾਂ ਦੀ ਜੀਭ ਤੇ ਪਰਮਾਤਮਾ ਦਾ ਵਾਸ ਹੁੰਦਾ ਹੈ।
पलटू साहब ने पूर्ण संतां बारे कहा सी, पलटू संत जो कह गए सोई बात है ठीक, बचन संत के ना टरें यूं गाड़ी की लीक। जिस तरह गड्डी जो घाह के उत्तों दी लंघी जाती है लाइनां पै जांदियां ने, इस तरह संत के मूँह चों जे अचानक भी कोई सुते सुभाव की गल निकल जाए ना, वो भी पूरी हुंदी है। पर जिहड़े पखंडी बाबे हुंदे ने, ना तां उन्हां दी अंदर चढ़ाई हुंदी है, अगे जे अगे गद्दी तुरी आउंदी है, ना मेहनत कर, जिन्ना चਿਰ ਉਹ भी नहीं मेहनत करते उन्ना चਿਰ उन्हां दा पड़दा नहीं खुलना, जदों खुल जूगा फिर वो पखंड नहीं करते। सो क्योंकि उन्हां दी चढ़ाई नहीं हुंदी, सो हर वक्त वो गल बदलते रहंदे ने। कोविड के दिनों के एक बारी गल आई सी भी कोविड के दिनों में किसी बाबे नूं कहा उन्हां दी सेवादारां ने कि भी बाबा आपां इत्थे सैनिटाइजर लगा लीए, क्योंकि उहदी संगत सत्संग सुनना आउंदी है ना, वो इत्थे बाहर ही हत्थ हो के आ जा करूगी। तो वो बाबा कहता जिन्ना चिर तक तुसीं सैनिटाइजर लगाओगे उन्ना चिर तक उदों तक कोविड भी खत्म हो जू। कोविड 2 साल नहीं खत्म होया। उन्हां दी गल झूठी होई, क्योंकि दिखावे दे विचों उच्च कोटि दे महात्मा हुंदे ने पर अंदरों खाली हुंदे ने। पखंडी बाबे पैसिਆਂ ਦੀ ਲਾਲਸਾ ਵਿੱਚ ਇੰਨੇ ਗਲਤਾਨ ਹੁੰਦੇ ਨੇ, ਦੂਜਿਆਂ ਦਾ ਕਹਿੰਦੇ ਨੇ ਹੱਕ ਹਲਾਲ ਦੀ ਕਮਾਈ ਕਰੋ, ਇਹ ਕਹਿੰਦੇ ਨੇ ਵੀ ਆਪਾਂ ਤਾਂ ਇਸ ਜਹਾਨ ਤੋਂ ਖਾਲੀ ਸਾਰਿਆਂ ਨੇ ਜਾਣਾ, ਦੋ ਕੀ ਲੈ ਕੇ ਜਾਓਗੇ, ਕੋਈ ਕਿਸੇ ਚੀਜ਼ ਨਹੀਂ ਨਾਲ ਜਾਣੀ, ਪਰ ਉਹ ਲੋਕਾਂ ਨੂੰ ਪ੍ਰਚਾਰ ਕਰਦੇ ਨੇ। ਪਰ ਉਹਨਾਂ ਦੇ ਅੰਦਰ ਪੈਸਿਆਂ ਦੀ ਇੰਨਾ ਜ਼ਿਆਦਾ ਲਾਲਚ ਹੁੰਦਾ ਨਾ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਵੀ ਨਹੀਂ ਬਖਸ਼ਦੇ, ਆਪਣੇ ਖੁਦ ਦੇ ਜਿਹੜੇ ਧੀਆਂ ਪੁੱਤ ਹੁੰਦੇ ਨੇ ਉਹਨਾਂ ਦੇ ਬੈਂਕ ਭਰੀ ਜਾਂਦੇ ਨੇ। हालांकि प्रचार उल्ट करते हैं, कोर्टां 'च उन्हां दा केस करते चल रहे होंदे ने भी फलानी कंपनी 'चों इन्ने पैसे खा गए, इन्ने पैसे खा गए, इन्ने पैसे गए करोड़ अरबां। ये ठीक है भी वकील चंगे किते उन्होंने केस दब जाता है, कहते ने परमात्मा के घर च देर है पर अंधेर नहीं, फसणगे वो भी जिवें 3 राम पए ने उत्थे जेल च, तां फिर अगले राम भी होर पैदा हो जाणगे। हां जी, उन्होंने भी जेल च जाना है, जिहो जिहा बीजोगे ना, जिवें कहा गया नहीं कि मिठे फल खान की चाहत वाले, जेड़े कहते ना मिठे फल खाने ने, जिन्हां दी इच्छा ही है, मिठे फल खान की चाहने वाले भी बोल के बीज बोया नहीं करते। जिन्हें मिठे फल खाने ना वो कंडे नहीं बीजते। जे तुसी पूर्ण संत सतगुरु ने तुहानूं लोग याद करन, हज़ारां साल गुरु नानक साहब दे अज क्यों सिजदे हुंदे ने, ते अपने मुहम्मद साहब नूं क्यों याद किया जांदा, जीसस क्राइस्ट नूं क्यों याद किया जांदा, रामचंद्र जी वो जो कुछ कहंदे सी उहदे उत्ते प्रैक्टिकल अमल करदे सी, पैसिਆਂ ਦੇ मगर नहीं भज्जे फिरदे सीगे। सो ये सी कुछ निशानियां, क्योंकि टाइम थोड़ा है। हुण आपां जिहड़ा दूजा टॉपिक करदे हां कि हाउ यू हैव बीन बिहेविंग टूवर्ड्स देम। मैं सिर्फ पूर्ण संतां दी गल करदा। एक गल मैं गल निचोड़ कढदा ना, जे तां कोई पखंडी साधु है ਉਹਦਾ ਤੁਸੀਂ ਕੱਖ नहीं बिगाड़ सकदे। ਉਹਦੇ ਪਿੱਛੇ ਸਿਕਿਉਰਿਟੀ ਹੁੰਦੀ ਹੈ, ਪੁਲਿਸ ਵਾਲੇ ਹੁੰਦੇ ਨੇ, ਬੰਦੂਕਾਂ ਹੁੰਦੀਆਂ ਨੇ, ਲੰਬੇ ਲੰਬੇ ਹੱਥ ਹੁੰਦੇ ਨੇ, ਸੋ ਤੁਸੀਂ ਕੁਝ ਨਹੀਂ ਵਿਗਾੜ ਸਕਦੇ। ਪਰ ਜਿਹੜੇ ਪੂਰਨ ਸੰਤ ਹੁੰਦੇ ਨੇ ਉਹਨੂੰ ਅਸੀਂ ਬਖਸ਼ਦੇ ਵੀ ਨਹੀਂ। ਉਹਨਾਂ ਦੀ ਹਿਸਟਰੀ ਪੜ੍ਹ ਕੇ ਦੇਖ ਲਓ ਆਪਾਂ ਕਿ ਅਸੀਂ पूर्ण संतां नाल किहो जिहा बर्ताव कीता, असीं किन्ने थैंकलैस हां कि पूर्ण संत साडे कल्याण लई आउंदे ने। पर असीं जे हिस्टरी नूं पढ़ के देखी ना, साडा जिहड़ा सिर है वो शर्म दे नाल झुक जांदा है कि किवें पूर्ण संत सतगुरु साडी पैर पैर ते सहायता करदे ने, पर असीं उन्हां संतां दे नाल भैड़ा सलूक करदे हां, उन्हां दी जान दे दुश्मन बन जांदे हां। किसी भी महात्मा दी जीवनी नूं पढ़ के देख लो, असीं उन्हां नाल समय-समय उपर बहुत ही घटिया हील हुज्जत कीती है। आ जिहड़ा आपां गलबात पलटू साहब दी करदे हां, पलटू साहब महाराज दी यूपी दे अंदर सी, इन्हां नाल पता की होया, ये सानूं बड़ा ओपनली एंड क्लीयर तरीके नाल समझाउंदे सीगे कि भरावा जे तू परमात्मा नूं मिलना चाहुंदा ना तां इह वहमां भरमां च ना रह के तू बाहरों पत्थरां चों जां सरੋਵਰਾਂ चों जंगलां चों परमात्मा नूं लभ लईगा। जे तू परमात्मा नाल मिलाप करना है तां तैनूं अपने अंदर बनना पऊगा। पर ਉਹ ਜਿਹੜੇ पंडित सीगे, धर्म के ठेकेदार सीगे मंदिरां दे, उन्हां ने पता की कीता कि पलटू साहब दुकानदारी का काम कर, दुकान दे विच बंद करके मूहरों लाता ताला, मिट्टी का तेल सिट के अग लगाती, उन्होंने जूंगा ही साड़ता। देख लो इहो जिहा असीं सलूक करते हैं। कहंदे ने जीसस क्राइस्ट के हत्थ में जो किल ठोके जा रहे सी, पैरां 'च किल ठोके जा रहे सीगे, ते जदों उहनूं सलीब दे उत्ते लमकाया, सूली ते चढ़ाया, वो कुछ भी कर सकदे सी, पर वो परमात्मा के भाने विच मनदे सीगे। जीसस क्राइस्ट की बाइबल दे विच इह बड़ी प्रसिद्ध कोटेशन है कि ओ फादर forgive them as they know not what they do, कि परमपिता परमेश्वर इन्हां लोकां नूं बख्श दी, क्योंकि इन्हां नूं पता ही नहीं है कि की कर रहे ने मेरे हत्थ 'च, मैं कौन हाँ, इन्हां नूं पता ही नहीं मैं तेरा बच्चा। सो इस करके पंजवीं पातशाही दी एग्जाम्पल लै लो कि ਉਹ ਸਾਨੂੰ ਪਿਆਰ ਨਾਲ परमात्मा ਨਾਲ ਮਿਲਾਉਣਾ ਚਾਹੁੰਦੇ ਸੀ। ਅਸੀਂ ਤੱਤੇ ਤਵਿਆਂ ਤੇ ਬਿਠਾਤੇ, ਭਰ ਭਰ ਕੇ ਗਰਮ ਰੇਤ ਦੇ ਕੜਛੇ ਪਾਏ, ਤੇ ਉਹਨਾਂ ਨੇ ਪਤਾ ਕੀ ਕਿਹਾ ਸੀਗਾ, ਉਹਨਾਂ ਨੇ ਕਿਹਾ ਸੀ ਤੇਰਾ ਭਾਣਾ ਮਿੱਠਾ ਲਾਗੇ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦਿੱਤਾ,
मीराबाई नूं किहड़े-किहड़े तसीहे नहीं दिते, गुरु नानक साहब दे असीं पत्थर मारे, पिंड नहीं बनन दिता, कुराई आखिया। कबीर साहब दे हत्थां पैरां नूं बन के दरिया विच सुੱਟ दिता, हाथी अगे लंबा पा दिता, किसे नूं असीं चरखड़ी उत्ते चढ़ा दिता। गुरु साहब दे छोटे-छोटे बच्चों दे गोडियां दीयां चपड़ियां लातीआं तां कि जदों कंध विचों चिने जाण कंध किते बिंगी ना हो जावे। असीं इस भरम दा शिकार हां कि जीसस क्राइस्ट नूं सूली ते चढ़ाउण वाले, पंजवीं पातशाही दे तत्ते तविਆਂ ते बिठाउण वाले, सुकरात ते मीरा नूं जहर दा प्याला देण वाले, पलटू साहब नूं जिंदा जलाउण वाले कोई होर सन, क्योंकि असीं तां उदों पैदा नहीं होए। चलो उदों दी गल तां छड्डो, अज असीं किहड़ा घट कर रहे हां? असीं पखंडी बाबिਆਂ ਤੋਂ ਤਾਂ डरदे हां। जो एक अद्धा हुण सच्चा बचिया भी है ਉਹ भी असीं ऐसी तैसी कर दिंदे हां। ਇਹ ਸਾਡੀ ਹਿਸਟਰੀ है कि परमात्मा ਦੇ सच्चे आशिकां ਨੂੰ तसीहे ਅਤੇ नकली मुर्शिदां ਦੇ ਪਿੱਛੇ ਭੱਜੇ ਫਿਰਦੇ हां। अंदर ना कोई साडी तरक्की हुई है ना बाबिਆਂ ਦੀ, इस करके असीं भुलेखे 'ਚ रहने हां। दुनिया ਦੇ ਵਿੱਚ दुख ने। जे असली बाबा आप मेहनत करिए तो असीं ਉਹਦੇ चेले चपटे बन ਉਹਦੇ चेले बन जाइए, ਉਹ ਸਾਡਾ ਅਸੀਂ ਉਹਦੇ मरीद बन जाइए तो असीं अंदरों तरक्की कर सकते हैं। ਉਹ बाबे ਨੂੰ भी दुनिया बेशक जिन्ने मर्जी कष्ट दे ले, हिस्ट्री जो तक कहना जो तक सूरज चंद रहेगा तब तक तेरा नाम रहेगा। उस सच्चे संत दी हमेशा लोग जय जयकार करेंगे, पर संत सतगुरु नूं भी असली मेहनत करनी है ते ਉਹੀ जो कुछ मेहनत करदा ਉਹੀ प्रचार करे। कहना कुछ है करना कुछ है, इस करके दुनिया दुखी है। सो लोड़ है सानू अपने अंदर झाती मारन दी। नहीं भी फलाना बंदा गया वो लग्या मगर मैं भी लग जाना, पता नहीं ਉਹਦਾ बिजनेस वध गया, मेरा भी हो गया, नौकरी मिल गई मेरी। ये दुनियावी फायदे लैण दी थां ते असली फायदा लो। असली फायदा उदों ही है जो असीं अपनी अंदरली अख खोल लांगे, अंदरों असीं उस रब्बी धुन नूं सुन लांगे, असीं अंदरों परमात्मा नाल विसाल कर लवांगे। सो अज दा टॉपिक आपां इन्ना ही रहने आ ते हुण सुनो तुसीं लास्ट सॉन्ग, क्योंकि मैं भी लगातार बोल बोल के थक गया। मैं किसी बाबे नूं कुछ नहीं कहा, चलो जे मैनू इस तरी मैनू बाबिਆਂ ने मगर पाउणा तां उहदी नहीं मर्जी, पर मैं जो कुछ अपना थोड़ा मोटा अंदरों देखिया वो मैनू इन्नी क गल दा ज्ञान है भी नकली किन्ने नहीं। जिन्हों देखो नकली है उपरों वधिया बोलियां, जो बाह पाउं ही पता लगता भी ये तां पखंडी होई है। सो इस करके भाई साहब अपने आप अंदर झाती मारो, अपनी मेहनत करो, अपनी तरक्की करो। जो तुसीं तरक्की कर लोगे फिर तुहानूं दुनिया तो लैण दी की लोड़ है, पिछे भज्जण दी की लोड़ है, तुसीं घरे बैठ के खुशी मिलती है तुहानूं। सो सुनो आखिरी गाना, नैक्सट वीक आपां किसी होर टॉपिक ते आवांगे। जे किसी नूं हर्ट कीती होवे फीलिंग, आई फील सॉरी, मैं की करा हरेक जिन्हों भी होगा मैनू सुनाया क्योंकि है ही दुनिया च इट चक्के तो संत निकलदा, की करिए। हाँ जी, सो इन्ने संत नहीं हो सकते। थैंक यू वेरी मच। सुनो गाना।